ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ। 36 ਨੰਬਰ ਯੂਨਿਟ ਦੀ ਆਪਾਂ ਗੱਲ ਕਰਾਂਗੇ। ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੁੱਡ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਕਿੱਥੇ ਕਰਨਾ ਹੈ, ਕਿਸ ਸੈਂਸ ਦੇ ਲਈ ਕਰਨਾ ਹੈ। ਵੈਸੇ ਵੁੱਡ ਦਾ ਜਿਹੜਾ ਮਲਟੀਪਲ ਯੂਜ਼ਸ ਹੁੰਦਾ ਹੈ ਸੈਂਟੈਂਸਸ ਦੇ ਵਿੱਚ, ਬਟ ਇਸ ਯੂਨਿਟ ਦੇ ਵਿੱਚ ਆਪਾਂ ਵੁੱਡ ਦਾ ਯੂਜ਼ ਕਿਸ ਤਰ੍ਹਾਂ ਕਰਨਾ ਹੈ ਉਹ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਰੂਲਸ ਦੇਖੋ, ਇੱਕ ਵਾਰ ਸਾਰੇ ਜਿੰਨਾ ਮੈਂ ਲਿਖਿਆ ਆਪਣੀ ਨੋਟਬੁੱਕ ਦੇ ਉੱਪਰ ਇਸ ਨੂੰ ਤੁਸੀਂ ਨੋਟ ਕਰ ਲੈਣਾ, ਉਸ ਤੋਂ ਬਾਅਦ ਸਮਝਦੇ ਜਾਣਾ, ਨਾਲ ਨਾਲ ਵੀਡੀਓ ਨੂੰ ਸਟਾਪ ਕਰਕੇ ਨੋਟ ਕਰ ਲਓ। ਹੁਣ ਦੇਖੋ ਸ਼ੁਰੂ ਕਰਦੇ ਹਾਂ। ਵੀ ਯੂਜ਼ ਵੁੱਡ, ਜਾਂ ਫਿਰ ਇਸ ਤਰ੍ਹਾਂ ਵੀ ਲਿਖਦੇ ਹਾਂ, ਇਹ ਤਾਂ ਆਪਾਂ ਜਿਹੜੇ ਆਪਾਂ ਗ੍ਰਾਮਰ ਕਰਦੇ ਆ ਰਹੇ ਹਾਂ ਸਭ ਨੂੰ ਪਤਾ ਹੈ, ਠੀਕ ਹੈ। ਵੀ ਯੂਜ਼ ਵੁੱਡ ਜਾਂ ਫਿਰ ਵੁੱਡ ਨੋਟ, ਅਸੀਂ ਵੁੱਡ ਜਾਂ ਫਿਰ ਵੁੱਡ ਨੋਟ ਦਾ ਯੂਜ਼ ਕਰਦੇ ਹਾਂ ਇੱਕ ਸੈਂਟੈਂਸ ਦੇ ਵਿੱਚ ਵੈਨ ਵੀ ਇਮੈਜਿਨ ਅ ਸਿਚੁਏਸ਼ਨ, ਜਦੋਂ ਆਪਾਂ ਕਿਸੇ ਸਿਚੁਏਸ਼ਨ ਨੂੰ ਇਮੈਜਿਨ ਕਰ ਰਹੀਏ। ਇਮੈਜਿਨ ਕਰਨਾ ਕੀ ਹੁੰਦਾ? ਕਲਪਨਾ। ਜਦੋਂ ਆਪਾਂ ਕਿਸੇ ਸਿਚੁਏਸ਼ਨ ਦੀ ਕਲਪਨਾ ਕਰੀਏ, ਰੀਅਲ ਨਾ ਹੋਵੇ, ਔਰ ਐਕਸ਼ਨ ਜਾਂ ਫਿਰ ਕਿਸੇ ਕੰਮ ਦੀ, ਕਿਸੇ ਐਕਸ਼ਨ ਦੀ। ਦੇਖੋ ਕਿ ਬ੍ਰੈਕਟ ਦੇ ਵਿੱਚ ਵੀ ਲਿਖਿਆ ਹੈ ਵੀ ਥਿੰਕ ਆਫ ਸਮਥਿੰਗ, ਅਸੀਂ ਕਿਸੇ ਚੀਜ਼ ਦੇ ਬਾਰੇ ਸੋਚਦੇ ਹਾਂ that is not real, ਜਿਹੜੀ ਕਿ ਰੀਅਲ ਨਹੀਂ ਹੁੰਦੀ, ਅਸਲੀਅਤ ਦੇ ਵਿੱਚ ਨਹੀਂ ਹੁੰਦੀ। ਜਦੋਂ ਆਪਾਂ ਸਿਰਫ ਕਲਪਨਾ ਕਰਦੇ ਹਾਂ ਉਦੋਂ ਆਪਾਂ ਵੁੱਡ ਦਾ ਯੂਜ਼ ਕਰਕੇ ਕਲਪਨਾ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ, ਇਟ ਵੁੱਡ ਬੀ ਨਾਈਸ ਟੂ ਬਾਏ ਅ ਨਿਊ ਕਾਰ, ਕਹਿੰਦੇ ਕਿੰਨਾ ਵਧੀਆ ਹੋਵੇਗਾ ਜੇਕਰ ਅਸੀਂ ਇੱਕ ਨਵੀਂ ਕਾਰ ਖਰੀਦ ਲਈਏ। ਬਟ ਅੱਗੇ ਦੇਖੋ, ਬਟ ਵੀ ਕਾਂਟ ਅਫੋਰਡ ਇਟ, ਪਰ ਅਸੀਂ ਅਫੋਰਡ ਨਹੀਂ ਕਰ ਸਕਦੇ, ਸਾਡੇ ਕੋਲ ਪੈਸੇ ਨਹੀਂ ਹੈਗੇ। ਇਹਦਾ ਮਤਲਬ ਜਦੋਂ ਇਹ ਕਹਿ ਰਿਹਾ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ, ਤਾਂ ਅੱਗੇ ਕਹਿ ਰਿਹਾ ਕਿ ਕਿੰਨਾ ਵਧੀਆ ਹੋਵੇ ਜੇਕਰ ਅਸੀਂ ਇੱਕ ਕਾਰ ਖਰੀਦ ਲਈਏ। ਇਹਦਾ ਮਤਲਬ ਸਿਰਫ ਇਹ ਕਲਪਨਾ ਕਰ ਰਿਹਾ ਹੈ, ਜਦ ਕਿ ਇਹਨੂੰ ਪਤਾ ਕਿ ਸਾਡੇ ਕੋਲ ਪੈਸੇ ਤਾਂ ਹੈ ਨਹੀਂ, ਅਸੀਂ ਅਫੋਰਡ ਨਹੀਂ ਕਰ ਸਕਦੇ, ਤਾਂ ਇਹ ਸਿਰਫ ਕਲਪਨਾ ਹੋ ਰਹੀ ਹੈ। ਇਸੇ ਤਰ੍ਹਾਂ ਹੋਰ ਐਗਜ਼ਾਮਪਲ ਦੇਖੋ ਅੱਗੇ, ਆਈ ਵੁੱਡ ਲਵ ਟੂ ਲਿਵ ਬਾਏ ਦ ਸੀ, ਮੈਨੂੰ ਕਹਿੰਦਾ ਸਮੁੰਦਰ ਦੇ ਕਿਨਾਰੇ ਰਹਿਣਾ ਬਹੁਤ ਵਧੀਆ ਲੱਗਦਾ ਹੈ, ਵੀ ਮੈਂ ਸਮੁੰਦਰ ਦੇ ਕਿਨਾਰੇ ਰਹਾਂ। ਬਟ ਅਸਲੀਅਤ ਦੇ ਵਿੱਚ ਤਾਂ ਇਸ ਤਰ੍ਹਾਂ ਹੋ ਨਹੀਂ ਸਕਦਾ, ਇਹ ਵੀ ਇੱਕ ਤਰ੍ਹਾਂ ਦੀ ਕਲਪਨਾ ਹੁੰਦੀ ਹੈ। ਤਾਂ ਇਸ ਤਰ੍ਹਾਂ ਆਪਾਂ ਇੱਥੇ ਵੁੱਡ ਦਾ ਯੂਜ਼ ਕੀਤਾ। ਅਗਲਾ ਦੇਖੋ, ਅਗਲਾ ਪੁਆਇੰਟ, ਵੀ ਯੂਜ਼ ਵੁੱਡ ਹੈਵ, ਬ੍ਰੈਕਟ ਦੇ ਵਿੱਚ ਡਨ ਦਾ ਮਤਲਬ ਹੈ ਵਰਬ ਦੀ ਥਰਡ ਫਾਰਮ। ਵੁੱਡ ਹੈਵ ਤੋਂ ਬਾਅਦ ਵਰਬ ਦੀ ਥਰਡ ਫਾਰਮ ਕੋਈ ਵੀ ਹੋ ਸਕਦੀ ਹੈ, ਵਰਬ ਦੀ ਥਰਡ ਫਾਰਮ। ਵੀ ਯੂਜ਼ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਅਸੀਂ ਯੂਜ਼ ਕਦੋਂ ਕਰਦੇ ਹਾਂ? ਵੈਨ ਵੀ ਇਮੈਜਿਨ ਸਿਚੁਏਸ਼ਨ ਔਰ ਐਕਸ਼ਨ। ਸੇਮ ਉਸੇ ਤਰ੍ਹਾਂ ਜਦੋਂ ਆਪਾਂ ਕਿਸੇ ਸਿਚੁਏਸ਼ਨ ਜਾਂ ਕਿਸੇ ਐਕਸ਼ਨ ਨੂੰ ਇਮੈਜਿਨ ਕਰਦੇ ਹਾਂ, ਕਿਸੇ ਚੀਜ਼ ਦੀ ਕਲਪਨਾ ਕਰਦੇ ਹਾਂ ਇਨ ਦਾ ਪਾਸਟ, ਬਟ ਪਾਸਟ ਦੇ ਵਿੱਚ। ਜੇਕਰ ਪ੍ਰੈਜੈਂਟ ਦੇ ਵਿੱਚ ਆਪਾਂ ਕਿਸੇ ਚੀਜ਼ ਦੀ ਕਲਪਨਾ ਕਰਦੇ ਹਾਂ ਫਿਰ ਤਾਂ ਇਕੱਲਾ ਵੁੱਡ ਪਲੱਸ ਵਰਬ ਦੀ ਫਸਟ ਫਾਰਮ। ਜੇਕਰ ਪਾਸਟ ਦੇ ਵਿੱਚ ਕਲਪਨਾ ਕਰਦੇ ਹਾਂ, ਆਪਣਾ ਜਿਹੜਾ ਸੈਂਟੈਂਸ ਹੈ ਉਹ ਪਾਸਟ ਦੇ ਵਿੱਚ ਹੈ ਔਰ ਆਪਾਂ ਕਲਪਨਾ ਕਰ ਰਹੇ ਹਾਂ, ਫਿਰ ਆਪਾਂ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦਾ ਯੂਜ਼ ਕਰਾਂਗੇ। ਮਤਲਬ ਕਿ ਥਿੰਗਸ ਦੈਟ ਡਿਡ ਨੋਟ ਹੈਪਨ, ਵੀ ਉਹ ਚੀਜ਼ ਜਿਹੜੀ ਕਿ ਘਟਿਤ ਨਹੀਂ ਹੋਈ, ਉਸ ਦੇ ਬਾਰੇ ਆਪਾਂ ਗੱਲ ਕਰੀਏ, ਕਲਪਨਾ ਕਰੀਏ। ਜਿਸ ਤਰ੍ਹਾਂ ਦੇਖੋ, ਦੇ ਹੈਲਪਡ ਅਸ ਅ ਲੋਟ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। I don't know, ਮੈਨੂੰ ਨਹੀਂ ਪਤਾ, what we would have done without their help, ਕਹਿੰਦਾ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਹੈਲਪ ਤੋਂ ਬਿਨਾਂ ਅਸੀਂ ਕੀ ਕਰਦੇ। ਮਤਲਬ ਕਿ ਹਾਲਾਂਕਿ ਯਹੀ ਨੌਬਤ ਨਹੀਂ ਆਈ, ਉਹਨਾਂ ਨੇ ਹੈਲਪ ਕਰਤੀ, ਮਤਲਬ ਕਿ ਥਿੰਗਸ ਦੈਟ ਡਿਡ ਨੋਟ ਹੈਪਨ, ਮਤਲਬ ਕਿ ਇਹ ਜਿਹੜੀ ਗੱਲ ਹੈ ਹੈਪਨ ਨਹੀਂ ਹੋਈ, ਪਰ ਫਿਰ ਵੀ ਇਹ ਕਲਪਨਾ ਕਰ ਰਿਹਾ ਹੈ ਕਿ ਉਹਨਾਂ ਨੇ ਸਾਡੀ ਮਦਦ ਕੀਤੀ। ਦੇਖੋ ਪਾਸਟ ਦੇ ਵਿੱਚ ਹੈ ਨਾ, ਉਹਨਾਂ ਨੇ ਸਾਡੀ ਮਦਦ ਕੀਤੀ। ਆਈ ਡੋਂਟ ਨੋ, ਮੈਨੂੰ ਨਹੀਂ ਪਤਾ, ਵਟ ਵੀ ਵੁੱਡ ਹੈਵ ਡਨ, ਕਿ ਅਸੀਂ ਕੀ ਕਰਦੇ ਵਿਦਆਊਟ ਦੇਅਰ ਹੈਲਪ, ਵੀ ਜੇਕਰ ਉਹ ਹੈਲਪ ਨਾ ਕਰਦੇ ਫਿਰ ਅਸੀਂ ਕੀ ਕਰਦੇ, ਸਾਡੇ ਨਾਲ ਕੀ ਹੁੰਦਾ। ਕਲਪਨਾ ਕਰ ਰਿਹਾ ਸਾਡੇ ਨਾਲ ਕੀ ਹੁੰਦਾ, ਪਾਸਟ ਦੇ ਵਿੱਚ ਕਲਪਨਾ ਕਰ ਰਿਹਾ ਹੈ, ਤਾਂ ਕਰਕੇ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦਾ ਯੂਜ਼ ਕਰ ਲਿਆ। ਆਈ ਹੋਪ ਕਿ ਸਮਝ ਗਏ। ਅੱਗੇ ਕੰਪੇਅਰ ਵੀ ਕਰ ਲਓ, ਦੇਖੋ ਇੱਥੇ ਜ਼ਿਆਦਾ ਸਮਝ ਆਓ। ਕੰਪੇਅਰ ਵੁੱਡ, ਡੂ ਮਤਲਬ ਵਰਬ ਦੀ ਫਸਟ ਫਾਰਮ, ਵੁੱਡ ਪਲੱਸ ਵਰਬ ਦੀ ਫਸਟ ਫਾਰਮ ਐਂਡ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦਾ ਕਿਵੇਂ ਯੂਜ਼ ਕਰਦੇ ਆ। ਦੇਖੋ ਐਗਜ਼ਾਮਪਲ, ਪਹਿਲੇ 'ਚ ਕੀ ਕਰਿਆ? ਆਈ ਵੁੱਡ ਕਾਲ ਲੀਜ਼ਾ, ਕਹਿੰਦਾ ਮੈਂ ਲੀਜ਼ਾ ਨੂੰ ਕਾਲ ਕਰਦਾ, ਮਤਲਬ ਹੁਣ ਦੀ ਪ੍ਰੈਜੈਂਟ ਦੀ ਗੱਲ ਕਰ ਰਿਹਾ ਹੈ। ਆਈ ਵੁੱਡ ਕਾਲ ਲੀਜ਼ਾ, ਮੈਂ ਕਹਿੰਦਾ ਲੀਜ਼ਾ ਨੂੰ ਕਾਲ ਕਰਦਾ, ਬਟ ਆਈ ਡੋਂਟ ਹੈਵ ਹਰ ਨੰਬਰ, ਪਰ ਮੇਰੇ ਕੋਲ ਉਸ ਦਾ ਨੰਬਰ ਨਹੀਂ ਹੈਗਾ। ਇਹ ਗੱਲ ਹੋ ਰਹੀ ਹੈ ਨਾਓ, ਇਸ ਵਕਤ, ਮਤਲਬ ਹੁਣ ਦੀ ਗੱਲ ਹੋ ਰਹੀ ਹੈ। ਕਿਸੇ ਨੇ ਕਿਹਾ ਕਿ ਯਾਰ ਲੀਜ਼ਾ ਨੂੰ ਫੋਨ ਕਰ ਦੇ, ਤਾਂ ਉਹ ਕਹਿ ਰਿਹਾ ਕਿ ਯਾਰ ਮੈਂ ਲੀਜ਼ਾ ਨੂੰ ਫੋਨ ਕਰਦਾ ਪਰ ਮੇਰੇ ਕੋਲ ਉਸ ਦਾ ਨੰਬਰ ਨਹੀਂ ਹੈਗਾ, ਠੀਕ ਹੈ ਨਾਓ। ਹੁਣ ਦੇਖੋ ਅਗਲੀ ਐਗਜ਼ਾਮਪਲ, ਆਈ ਵੁੱਡ ਹੈਵ ਕਾਲਡ ਲੀਜ਼ਾ, ਮੈਂ ਲੀਜ਼ਾ ਨੂੰ ਫੋਨ ਬਿਲਕੁਲ ਕੀਤਾ ਹੁੰਦਾ ਹੈ ਨਾ, ਬਟ ਆਈ ਡਿਡਨਟ ਹੈਵ ਹਰ ਨੰਬਰ, ਪਰ ਮੇਰੇ ਕੋਲ ਉਸ ਦਾ ਨੰਬਰ ਨਹੀਂ ਹੈਗਾ ਸੀ। ਇਹ ਗੱਲ ਕਰ ਰਿਹਾ ਲੰਘੇ ਹੋਏ ਸਮੇਂ ਦੀ, ਮਤਲਬ ਲੰਘੇ ਹੋਏ ਕੱਲ ਦੀ ਗੱਲ ਕਰ ਰਿਹਾ। ਕਿਸੇ ਨੇ ਪੁੱਛਿਆ ਕਿ ਤੂੰ ਲੀਜ਼ਾ ਨੂੰ ਕਾਲ ਕੀਤੀ ਸੀ, ਤਾਂ ਉਹ ਕਹਿ ਰਿਹਾ ਯਾਰ ਮੈਂ ਬਿਲਕੁਲ ਲੀਜ਼ਾ ਨੂੰ ਬਿਲਕੁਲ ਕਾਲ ਕਰਦਾ ਪਰ ਮੇਰੇ ਕੋਲ ਉਸ ਦਾ ਨੰਬਰ ਨਹੀਂ ਹੈਗਾ ਸੀ। ਪਾਸਟ ਦੀ ਗੱਲ ਹੋ ਰਹੀ ਹੈ,
ठीक है, ਤਾਂ ਕਰਕੇ ਇੱਥੇ would have called, क्योंकि अगला भी देखो सेंटेंस जिथे would लगाना है, would वाले च would have डाना आ गया, मतलब कि थर्ड फॉर्म, तो अगला सेंटेंस देखो पास्ट दे विच है, मतलब गल पास्ट दी हो रही होगी, उत्थे would have प्लस वर्ब दी थर्ड फॉर्म। नैगेटिव भी हो सकता है, अगे एग्जाम्पल नैगेटिव दी है, गलबात सेम ही है। ये कह रहा है, कहना आई एम नॉट गोइंग टू इनवाइट दैम टू द पार्टी, कहना मैं उन्होंने पार्टी दे विच इनवाइट नहीं करूँगा, मतलब प्रेजेंट की गल हो रही है भी प्रेजेंट की गल कर रहा भी हजे पार्टी अगे होनी है, कहना मैं उन्होंने पार्टी दे विच इनवाइट करन नहीं जा रहा। गोइंग टू दा मतलब मैं ये काम करन नहीं जा रहा, कहना मैं उन्होंने इनवाइट करन नहीं जा रहा। दे वुड नॉट कम एनीवे, मतलब कि कल्पना कर रहा क्योंकि उन्होंने नहीं आना, दे वुड कहना वो नहीं आउणगे। जो आप किसी बारे ये गल टिप्पणी करते हैं कि यार मैं उन्होंने इनवाइट नहीं करता क्योंकि वो ब्याह के आने तो है नहीं, यदा मतलब आप कल्पना ही कर रहे होंगे, आपको की पता आउणगे या नहीं आउणगे, इसलिए कल्पना की इन्होंने प्रेजेंट दे विच दे वुड नॉट कम एनीवे कि उन्होंने नहीं आना, नैगेटिव हो गया, वुड तो बाद वर्ब दी फर्स्ट फॉर्म। अगला देखो आई डिडंट इनवाइट दैम टू द पार्टी, हुण मान लो पार्टी होके लंघ गई, पार्टी लंघण तो बाद किसी ने पूछा इस तो भी इनवाइट उन्होंने करने बारे, तो यह कहता आई डिडंट इनवाइट दैम टू द पार्टी, कहना मैं उन्होंने इनवाइट नहीं किया पार्टी दे विच, दे वुडंट हैव कम एनीवे कि उन्होंने क्योंकि उन्होंने नहीं आना सी, है ना, तो हुण लंघे हुए समय की कल्पना कर रहा है पास्ट की, तां करके वुड हैव है जिहड़ा उसका यूज आपां नहीं कीता। क्लीयर आई होप। अगला पॉइंट, वी ऑफन यूज वुड इन सेंटेंस विद इफ, अक्सर असी सेंटेंस दे विच वुड दा जिहड़ा यूज असी इफ दे नाल करदे हुंदे आ। यही सेंटेंस मतलब आप कोमा लगा के अगला सेंटेंस बोलते हैं, कोमा हटा के आप इफ दा यूज करके किस तरह करते हैं, देखो आई वुड कॉल लीजा, ये वाला सेम, कहना मैं लीजा नूं कॉल करदा इफ आई हैड हर नंबर, जेकर मेरे को उसका नंबर हुंदा। अजिहे सेंटेंस दे विच इफ तो बाद आप आई हैड मतलब सबजैक्ट तो बाद आप सैकेंड फॉर्म का यूज करते होंगे, आई हैड तां करके सैकेंड फॉर्म आ गई। इस तरह अगला भी आ गया, आई वुड हैव कॉल्ड लीजा, मैं लीजा नूं कॉल की हुंदी इफ आई हैड हर नंबर। हुण हैड दो बार, पहला हैड तां हैगा हैल्पिंग वर्ब, ठीक है, पास्ट परफेक्ट का, पास्ट परफेक्ट तुहानूं पता है हैड प्लस वर्ब की थर्ड फॉर्म होंदी है, और जिहड़ा अगला हैड है ये मेन वर्ब है, इत्थे हैज़ हैव दी अगली फॉर्म हैड, सैकेंड थर्ड भी हैड होंदी है, मतलब कि इफ दे नाल इस तरह बन सकता है, ये सिर्फ दस्सण दे लई है। हुण देखो कंपेयर, हुण कंपेयर आप कर रहे हाँ विल एंड वुड, विल ते वुड का कंपेयर करांगे आप अगले दो पॉइंट्स दे विच। सब तो पहला विल ते वुड दे विच की फर्क हुंदा है, विल नूं इस तरह भी लिख लैंदे आ, वुड नूं तुहानूं पता ही है। विल ते वुड दे विच फर्क की है, एग्जाम्पल पढ़ो, एग्जाम्पल नाल ही समझ आ जाऊगा। देखो आप कह रहे हैं आई विल कॉल लीजा, मैं लीजा नूं कॉल करूंगा, आई हैव हर नंबर, मेरे कोल उसका नंबर हैगा, मतलब कि हुणे कह रहा कि मैं करूंगा, डेफिनेटली कहना मैं लीजा नूं कॉल करूंगा क्योंकि मेरे को उसका नंबर हैगा। और अगला देखो आई वुड कॉल लीजा, मैं लीजा नूं कॉल करदा बट आई डोंट हैव हर नंबर, पर मेरे को उसका नंबर नहीं हैगा, सो आई कांट कॉल हर, इसलिए मैं उसनूं कॉल नहीं कर सकता। आई होप कि दोनों एग्जाम्पल तुहानूं समझ आ गई होंगी, मतलब कि विल का आप यूज करें जो कोई काम करना है, डेफिनेटली भी हाँ मैं करूंगा, तब विल का यूज किया कि हाँ मैं कॉल करूंगा, मेरे को नंबर है। और दूसरा आई वुड कॉल लीजा, भी मैं लीजा नूं कॉल जरूर करदा पर मेरे को उसका नंबर नहीं है। इन्हां दी एग्जाम्पल इस तरह की मैं एक एग्जाम्पल होर भी दे के समझाउणा विल ते वुड दे विच। मान लो आपां नूं कोई कहे बाहर जाण वास्ते भी यार मेरे नाल मैं माड़ा जिहा जाके आउणा किते, है ना, शहर जाके आउणा, तू मेरे नाल चलेगा। हुण जे आपां उसनूं कहीए कि हाँ मैं तेरे नाल चलूंगा, मैं फ्री हाँ, मतलब कि आपां ने जाण लई हाँ करती, तो इत्थे आपां विल यूज करांगे, आई विल गो विद यू क्योंकि मैं फ्री हाँ। जेकर आपां थोड़ा उसनूं मतलब एक्सक्यूज दईए, आपां फ्री ना होईए, आपां उसनूं कहीए भी यार तेरे नाल मैं जरूर जांदा पर यार मैं फ्री नहीं हैगा, जवाब दईए, तां आपां कहांगे आई वुड गो विद यू बट, अगे बट ला के आपां कहंदे पर मेरे लवे टाइम नहीं हैगा। आई होप के समझ गए विल ते वुड दे विच अंतर। एक होर विल ते वुड दे विच की फर्क है, बहुत मतलब इंपॉर्टेंट है। समटाइम्स वुड या फिर वुड नॉट इज द पास्ट ऑफ विल या फिर विल नॉट। कंपेयर करो, सेंटेंस दे विच जिहड़ा वुड है वो विल दा पास्ट भी हुंदा है। हुण एग्जाम्पल देखो, प्रेजेंट पास्ट, पहला एग्जाम्पल पढ़ो, एग्जाम्पल नाल ही शायद तुहानूं समझ आ जाए, फिर मैं बोल के समझाउण दी कोशिश करूंगा। प्रेजेंट की गल हो रही है, पहला प्रेजेंट की, प्रेजेंट दे विच टॉम, टॉम है जिहड़ा बोल रहा है, टॉम कहंदा आई विल कॉल यू ऑन संडे, कहना मैं तेनों संडे नूं कॉल करूंगा, टॉम ने बोलिया है। हुण पास्ट की गल आ गई, हुण पास्ट दे विच आपां यही गल किसी होर नूं दसदे हां। टॉम ने आपां नूं हुण गल कही, मान लो अज हैगा ऐतवार,
ਟੌਮ ਨੇ ਅੱਜ ਸੰਡੇ ਵਾਲੇ ਦਿਨ ਸੌਰੀ ਅੱਜ ਮੰਨ ਲਓ ਹੈਗਾ ਸ਼ੁੱਕਰਵਾਰ ਹੈ ਨਾ, ਅੱਜ ਸ਼ੁੱਕਰਵਾਰ ਹੈ ਕਿਉਂਕਿ ਸੰਡੇ ਨੂੰ ਤਾਂ ਉਹਨੇ ਕਾਲ ਕਰਨ ਨੂੰ ਕਿਹਾ, ਆਪਾਂ ਸਿਚੁਏਸ਼ਨ ਵੀ ਬਣਾਉਣੀ ਹੈ ਨਾ। ਮੰਨ ਲਓ ਅੱਜ ਹੈਗਾ ਸ਼ੁੱਕਰਵਾਰ, ਆਪਾਂ ਨੂੰ ਟੌਮ ਨੇ ਕਿਹਾ ਆਪਾਂ ਨੂੰ, ਟੌਮ ਕਹਿ ਰਿਹਾ ਕਹਿੰਦਾ ਆਈ ਵਿਲ ਕਾਲ ਯੂ ਔਨ ਸੰਡੇ, ਵੀ ਮੈਂ ਤੈਨੂੰ ਸੰਡੇ ਨੂੰ ਕਾਲ ਕਰੂੰਗਾ। ਓਕੇ, ਇਹ ਕੰਮ ਹੋ ਗਿਆ। ਹੁਣ ਜਿਹੜਾ ਸ਼ੁੱਕਰਵਾਰ ਹੈ ਉਹ ਲੰਘ ਗਿਆ, ਆਪਾਂ ਨੂੰ ਸ਼ੁੱਕਰਵਾਰ ਨੂੰ ਕਿਹਾ ਨੇ, ਸ਼ੁੱਕਰਵਾਰ ਲੰਘ ਗਿਆ, ਹੁਣ ਆ ਗਿਆ ਸੈਟਰਡੇ, ਪਾਸਟ, ਕਿਉਂਕਿ ਸ਼ੁੱਕਰਵਾਰ ਤਾਂ ਪਾਸਟ ਹੋ ਗਿਆ ਨਾ। ਹੁਣ ਆਪਾਂ ਸੈਟਰਡੇ ਵਾਲੇ ਦਿਨ ਕਿਸੇ ਨੂੰ ਦੱਸ ਰਹੇ ਹਾਂ, ਟੌਮ ਸੈਡ, ਵੀ ਟੌਮ ਨੇ ਕਿਹਾ, ਆਪਾਂ ਕਿਸ ਨੂੰ ਕਹਿ ਰਹੇ ਹਾਂ, ਟੌਮ ਸੈਡ, ਟੌਮ ਨੇ ਕਿਹਾ ਹੀ ਵੁੱਡ ਕਾਲ ਮੀ ਔਨ ਸੰਡੇ, ਕਿ ਉਹ ਮੈਨੂੰ ਸੰਡੇ ਨੂੰ ਕਾਲ ਕਰੂਗਾ। ਜਦੋਂ ਆਪਾਂ ਫਿਊਚਰ ਦੀ ਗੱਲ ਕਰਨੀ ਹੋਵੇ ਗਾਗੇਗੀ, ਦੇਖੋ ਜਦੋਂ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਗਾਗੇਗੀ ਤਾਂ ਆਪਾਂ ਵਿਲ ਦਾ ਯੂਜ਼ ਕਰਦੇ ਹਾਂ, ਬਿਲਕੁਲ ਈਜ਼ੀ ਹੈ। ਬਟ ਆਪਾਂ ਵਿਲ ਦਾ ਯੂਜ਼ ਫਿਊਚਰ ਦੇ ਲਈ ਉਦੋਂ ਕਰਦੇ ਹਾਂ ਜਦੋਂ ਪ੍ਰੈਜੈਂਟ ਤੋਂ ਫਿਊਚਰ, ਮੰਨ ਲਓ ਇਹ ਪ੍ਰੈਜੈਂਟ ਹੈ, ਪ੍ਰੈਜੈਂਟ ਤੋਂ ਫਿਊਚਰ ਦੀ ਗੱਲ ਕਰਨੀ ਹੋਵੇ ਆਪਾਂ ਗਾਗੇਗੀ ਦੇ ਲਈ ਵਿਲ ਦਾ ਯੂਜ਼ ਕਰਾਂਗੇ। ਬਟ ਜੇਕਰ ਆਪਾਂ ਹੁਣ ਇਸ ਵਕਤ ਪ੍ਰੈਜੈਂਟ 'ਚ ਆਪਾਂ ਗੱਲ ਕਰ ਰਹੇ ਹਾਂ ਪਿੱਛੇ ਪਾਸਟ ਦੀ, ਔਰ ਪਾਸਟ ਦੇ ਵਿੱਚ ਆਪਾਂ ਨੂੰ ਕਿਸੇ ਨੇ ਕੁਛ ਆਪਾਂ ਨੂੰ ਕਿਹਾ ਫਿਊਚਰ ਦੇ ਬਾਰੇ ਵੀ ਮੈਂ ਆਹ ਕੰਮ ਤੇਰਾ ਕਰੂੰਗਾ। ਆਪਾਂ ਕਈ ਵਾਰ ਕਿਸੇ ਨੂੰ ਕਹਿੰਦੇ ਹੁੰਦੇ ਨਾ ਵੀ ਯਾਰ ਤੈਂ ਮੈਨੂੰ ਕੱਲ ਕਿਹਾ ਸੀ ਮੈਂ ਤੇਰੇ ਨਾਲ ਜਾਊਂਗਾ, ਹੈ ਨਾ। ਜਦੋਂ ਪਾਸਟ ਦੇ ਵਿੱਚ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਤਾਂ ਉਦੋਂ ਆਪਾਂ ਵੁੱਡ ਦਾ ਯੂਜ਼ ਕਰਦੇ ਹਾਂ, ਵਿਲ ਦਾ ਯੂਜ਼ ਨਹੀਂ ਕਰਦੇ ਗਾਗੇਗੀ ਦੇ ਲਈ। ਜਿਵੇਂ ਇਸ ਐਗਜ਼ਾਮਪਲ ਦੇ ਵਿੱਚ ਹੋਇਆ, ਪਹਿਲਾਂ ਟੌਮ ਕਹਿੰਦਾ ਆਈ ਵਿਲ ਕਾਲ ਯੂ ਔਨ ਸੰਡੇ, ਇਹ ਤਾਂ ਪ੍ਰੈਜੈਂਟ ਦੀ ਗੱਲ ਹੋ ਗਈ, ਵਿਲ ਲਾਤਾ। ਫਿਰ ਉਸ ਤੋਂ ਬਾਅਦ ਅੱਗੇ ਆਪਾਂ ਦੱਸ ਰਹੇ ਹਾਂ ਟੌਮ ਸੈਡ, ਟੌਮ ਨੇ ਕਿਹਾ ਹੀ ਵੁੱਡ ਕਾਲ ਮੀ ਔਨ ਸੰਡੇ, ਕਿ ਉਹ ਮੈਨੂੰ ਸੰਡੇ ਨੂੰ ਕਾਲ ਕਰੂਗਾ। ਆਈ ਹੋਪ ਕਿ ਸਮਝ ਗਏ। ਅੱਗੇ ਐਮੀ, ਆਈ ਪ੍ਰੋਮਿਸ ਆਈ ਵਿਲ ਨॉट ਬੀ ਲੇਟ, ਮੈਂ ਵਾਅਦਾ ਕਰਦਾ ਕਿ ਮੈਂ ਲੇਟ ਨਹੀਂ ਹੋਵਾਂਗਾ। ਹੁਣ ਆਪਾਂ ਅੱਗੇ ਦੱਸ ਰਹੇ ਹਾਂ ਐਮੀ ਪ੍ਰੋਮਿਸਡ, ਐਮੀ ਨੇ ਪ੍ਰੋਮਿਸ ਕੀਤਾ, ਮੰਨ ਲਓ ਕੱਲ ਕੀਤਾ ਹੋਊਗਾ, ਦੈਟ ਕੀ ਪ੍ਰੋਮਿਸ ਕੀਤਾ, ਹੀ ਵੁੱਡ ਨॉट ਬੀ ਲੇਟ, ਕਿ ਉਹ ਲੇਟ ਨਹੀਂ ਹੋਵੇਗਾ। ਠੀਕ ਹੈ, ਇਸ ਤਰ੍ਹਾਂ ਵਿਲ ਦਾ ਪਾਸਟ ਹੋ ਗਿਆ ਵੁੱਡ। ਆਈ ਹੋਪ ਕਿ ਸਮਝ ਗਏ। ਅੱਗੇ ਅਗਲਾ ਪੁਆਇੰਟ, somebody would not do something, somebody would not do something ਦਾ ਮਤਲਬ ਕੀ ਹੈ, he she ਕੋਈ ਵੀ ਹੋ ਸਕਦਾ ਇੱਥੇ ਮਤਲਬ ਸਬਜੈਕਟ, refused to do it, ਉੱਥੇ ਆਪਾਂ would ਪਲੱਸ ਵਰਬ ਦੀ ਫਸਟ ਫਾਰਮ ਦਾ ਯੂਜ਼ ਕਰਦੇ ਹਾਂ, ਜਾਂ ਫਿਰ would not, ਸੌਰੀ would ਨਹੀਂ, would not, ਇੱਥੇ ਇਹ ਥੋੜਾ ਜਿਹਾ ਰੋਂਗ ਹੈ, would not ਪਲੱਸ ਵਰਬ ਦੀ ਫਸਟ ਫਾਰਮ। ਆਪਾਂ ਸੈਂਟੈਂਸ ਦੇ ਵਿੱਚ would not ਪਲੱਸ ਵਰਬ ਦੀ ਫਸਟ ਫਾਰਮ ਦਾ ਯੂਜ਼ ਉਦੋਂ ਵੀ ਕਰਦੇ ਹਾਂ ਜਦੋਂ ਕੋਈ ਬੰਦਾ ਕਿਸੇ ਚੀਜ਼ ਨੂੰ ਮੰਨਣ ਦੇ ਲਈ ਜਾਂ ਕੋਈ ਕੰਮ ਕਰਨ ਦੇ ਲਈ ਰਿਫਿਊਜ਼ ਕਰਦੇ, ਰਿਫਿਊਜ਼ ਹੁੰਦਾ ਜਵਾਬ ਦੇਣਾ, ਜਵਾਬ ਦੇ ਦੇ। ਐਗਜ਼ਾਮਪਲ ਦੇ ਨਾਲ ਹੀ ਸਮਝ ਜਾਓਗੇ। ਦੇਖੋ ਐਗਜ਼ਾਮਪਲ, ਕਹਿੰਦਾ ਆਈ ਟਰਾਈਡ ਟੂ ਵਾਰਨ ਹਿਮ, ਮੈਂ ਉਸ ਨੂੰ ਵਾਰਨ ਕਰਨ ਦੀ ਹਿੰਮਤ ਮਤਲਬ ਕਿ ਕੋਸ਼ਿਸ਼ ਕੀਤੀ, ਟਰਾਈ ਕੀਤੀ, ਬਟ ਹੀ ਵੁੱਡ ਨॉट ਲਿਸਨ ਟੂ ਮੀ, ਪਰ ਉਸਨੇ ਮੈਨੂੰ ਨਹੀਂ ਸੁਣਿਆ, ਮਤਲਬ ਕਿ ਹੀ ਰਿਫਿਊਜ਼ਡ ਟੂ ਲਿਸਨ, ਉਸਨੇ ਮੈਨੂੰ ਸੁਣਨ ਤੋਂ ਮਨਾ ਕਰਤਾ, ਮੇਰੀ ਗੱਲ ਨਹੀਂ ਮੰਨੀ, ਰਿਫਿਊਜ਼ ਕਰਤੀ, ਜੋ ਮੈਂ ਉਸਨੂੰ ਕੰਮ ਕਿਹਾ ਉਸਨੇ ਮਨਾ ਕਰਤਾ, ਰਿਫਿਊਜ਼ ਕਰਤਾ। ਜਿਸ ਤਰ੍ਹਾਂ ਦੇਖੋ ਦ ਕਾਰ ਵੁੱਡ ਨॉट ਸਟਾਰਟ, ਜਿਹੜੀ ਕਾਰ ਹੈ ਦ ਕਾਰ ਵੁੱਡ ਨॉट ਸਟਾਰਟ, ਜਿਹੜੀ ਕਾਰ ਹੈ ਉਹ ਸਟਾਰਟ ਨਹੀਂ ਹੋਵੇਗੀ, ਮਤਲਬ ਕਿ ਇਟ ਰਿਫਿਊਜ਼ਡ ਟੂ ਸਟਾਰਟ, ਕਾਰ ਨੇ ਸਟਾਰਟ ਹੋਣ ਤੋਂ ਮਨਾ ਕਰਤਾ। ਤਾਂ ਅਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਆਪਾਂ ਮਨਾ, ਕੋਈ ਚੀਜ਼ ਰਿਫਿਊਜ਼ ਹੁੰਦੀ ਹੋਵੇ, ਕੋਈ ਕੰਮ ਤੋਂ ਮਨਾ ਕੀਤਾ ਗਿਆ ਹੋਵੇ, ਤਾਂ ਉੱਥੇ ਆਪਾਂ ਵੁੱਡ ਨॉट ਪਲੱਸ ਵਰਬ ਦੀ ਫਸਟ ਫਾਰਮ ਦਾ ਯੂਜ਼ ਕਰ ਸਕਦੇ ਹਾਂ। ਠੀਕ ਹੈ, ਅਗਲਾ ਪੁਆਇੰਟ ਦੇਖੋ, ਯੂ ਕੈਨ ਆਲਸੋ ਯੂਜ਼ ਵੁੱਡ, ਤੁਸੀਂ ਵੁੱਡ ਦਾ ਯੂਜ਼ ਕਰ ਸਕਦੇ ਹੋ ਟੂ ਟਾਕ ਅਬਾਊਟ ਥਿੰਗਸ, ਉਹਨਾਂ ਚੀਜ਼ਾਂ ਬਾਰੇ ਦੈਟ ਹੈਪਨਡ ਰੈਗੂਲਰਲੀ ਇਨ ਦਾ ਪਾਸਟ, ਆਪਣੇ ਪਾਸਟ ਦੇ ਵਿੱਚ ਜੋ ਕੰਮ ਆਪਾਂ ਰੈਗੂਲਰਲੀ ਕਰਦੇ ਸੀਗੇ, ਲਗਾਤਾਰ ਕਰਦੇ ਰਹਿੰਦੇ ਸੀ ਆਪਣੇ, ਜਦੋਂ ਪਾਸਟ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਆਪਾਂ ਵੁੱਡ ਦਾ ਯੂਜ਼ ਜਿਹੜਾ ਕਰ ਸਕਦੇ ਹਾਂ। ਜਿਸ ਤਰ੍ਹਾਂ ਦੇਖੋ ਕਹਿੰਦਾ whenever Tom was angry, ਜਦੋਂ ਵੀ ਟੌਮ whenever Tom was angry, ਜਦੋਂ ਵੀ ਟੌਮ ਗੁੱਸੇ ਵਿੱਚ ਹੁੰਦਾ, he would walk out of the room, ਉਹ ਕਮਰੇ ਚੋਂ ਬਾਹਰ ਚਲਾ ਜਾਂਦਾ। ਇਹ ਪਾਸਟ ਦੀ ਗੱਲ ਕਹਿ ਰਿਹਾ, ਮਤਲਬ ਕਿ ਜਿਹੜਾ ਟੌਮ ਹੈ ਉਹ ਰੈਗੂਲਰਲੀ ਇਸ ਤਰ੍ਹਾਂ ਹੀ ਕਰਦਾ ਹੁੰਦਾ ਸੀ ਪਾਸਟ ਦੇ ਵਿੱਚ, ਵੀ ਜਦੋਂ ਵੀ ਉਹ ਐਂਗਰੀ ਹੁੰਦਾ, ਗੁੱਸੇ ਹੁੰਦਾ, ਬਸ ਰੂਮ ਦੇ ਵਿੱਚੋਂ ਬਾਹਰ ਚਲਾ ਜਾਂਦਾ, ਹੈ ਨਾ। ਤਾਂ ਇਸ ਤਰ੍ਹਾਂ ਆਪਾਂ, ਜਿਸ ਤਰ੍ਹਾਂ ਮੰਨ ਲਓ ਆਪਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਆਪਾਂ ਹੁਣ ਵੱਡੇ ਹੋ ਗਏ, ਆਪਾਂ ਆਪਣੇ ਬਚਪਨ ਦੀ ਗੱਲ ਕਰੀਏ ਕਿ ਜਦੋਂ ਮੈਂ ਬੱਚਾ ਹੁੰਦਾ ਸੀ ਮੈਂ ਕ੍ਰਿਕਟ ਖੇਡਦਾ ਹੁੰਦਾ ਸੀ, ਮਤਲਬ ਰੈਗੂਲਰ ਅਸੀਂ ਗਰਾਊਂਡ ਦੇ ਵਿੱਚ ਜਾਂਦੇ ਹੁੰਦੇ ਸੀ। ਜਦੋਂ ਮੈਂ ਬੱਚਾ ਹੁੰਦਾ ਸੀ ਮੈਂ ਹਰ ਰੋਜ਼ ਰਨਿੰਗ ਕਰਿਆ ਕਰਦਾ ਸੀ। ਇਸ ਤਰ੍ਹਾਂ ਜਦੋਂ ਆਪਾਂ ਕਹਿੰਦੇ ਹਾਂ ਤਾਂ ਵੁੱਡ ਨਾਲ ਕਹਿ ਸਕਦੇ ਹਾਂ। ਹਾਲਾਂਕਿ
ਸਭ ਨੂੰ ਤੁਹਾਨੂੰ ਇਹ ਗੱਲ ਵੀ ਪਤਾ ਹੋਏਗਾ ਕਿ ਨੋਟ ਦੇਖੋ, ਨੋਟ ਜਿਹੜੀ ਇਹ ਚੀਜ਼ ਆਪਾਂ ਕਹਿੰਦੇ ਹੁੰਦੇ ਆ ਕਿ ਪਾਸਟ ਦੇ ਵਿੱਚ ਕੋਈ ਚੀਜ਼ ਲਗਾਤਾਰ ਕਰਦੇ ਰਹਿੰਦੇ ਸੀਗੇ, ਵਿਦ ਦਿਸ ਮੀਨਿੰਗ ਵੁੱਡ ਇਜ਼ ਸਿਮਿਲਰ ਟੂ ਯੂਜ਼ਡ ਟੂ, ਆਪਾਂ ਯੂਜ਼ਡ ਟੂ ਦਾ ਵੀ ਯੂਜ਼ ਕਰਦੇ ਹੁੰਦੇ ਆ। ਇੱਥੇ ਆਪਾਂ ਯੂਜ਼ਡ ਟੂ ਦਾ ਜਿਹੜਾ ਉੱਪਰਲਾ ਐਗਜ਼ਾਮਪਲ ਹੈ ਆਪਾਂ ਯੂਜ਼ਡ ਟੂ ਦਾ ਯੂਜ਼ ਵੀ ਕਰ ਸਕਦੇ ਹਾਂ। ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੈਨਐਵਰ ਟੌਮ ਵਾਜ਼ ਐਂਗਰੀ, ਜਦੋਂ ਵੀ ਟੌਮ ਗੁੱਸੇ ਹੁੰਦਾ, ਹੀ ਇੱਥੇ ਵੁੱਡ ਦੀ ਜਗ੍ਹਾ ਤੇ ਆਪਾਂ ਕਹਿ ਸਕਦੇ ਹਾਂ ਯੂਜ਼ਡ ਟੂ, ਹੀ ਯੂਜ਼ਡ ਟੂ ਵਾਕ ਆਊਟ ਆਫ ਦ ਰੂਮ। ਮੰਨ ਲਓ ਹੁਣ ਆਪਾਂ ਕਹੀਏ ਵੈਨ ਆਈ ਵਾਜ਼ ਯੰਗ, ਜਦੋਂ ਮੈਂ ਯੰਗ ਸੀਗਾ, ਆਈ ਯੂਜ਼ਡ ਟੂ ਪਲੇ ਕ੍ਰਿਕਟ, ਮੈਂ ਕ੍ਰਿਕਟ ਖੇਡਿਆ ਕਰਦਾ ਸੀ, ਮਤਲਬ ਰੈਗੂਲਰਲੀ ਮੈਂ ਕ੍ਰਿਕਟ ਖੇਡਦਾ ਹੁੰਦਾ ਸੀ। ਹੁਣ ਯੂਜ਼ਡ ਟੂ ਦੀ ਜਗ੍ਹਾ ਤੇ ਵੁੱਡ ਵੀ ਕਹਿ ਸਕਦੇ ਹਾਂ, ਵੈਨ ਆਈ ਵਾਜ਼ ਯੰਗ ਆਈ ਵੁੱਡ ਪਲੇ ਕ੍ਰਿਕਟ, ਮੈਂ ਕ੍ਰਿਕਟ ਖੇਡਦਾ ਹੁੰਦਾ ਸੀ। ਆਈ ਹੋਪ ਕਿ ਸਾਰੇ ਜਿਹੜੇ ਰੂਲਸ ਨੇ ਤੁਹਾਨੂੰ ਸਮਝ ਆ ਗਏ ਹੋਣਗੇ। ਜਿਹੜਾ ਵੁੱਡ ਦਾ ਯੂਜ਼ ਆ ਬਹੁਤ ਮਲਟੀਪਲ ਹੁੰਦਾ ਹੈ ਨਾ, ਇਸ ਲਈ ਤੁਸੀਂ ਨੇ ਸਾਰੇ ਲਿਖ ਕੇ ਰੱਖਣੇ ਨੇ ਔਰ ਕੱਲਾ ਕੱਲਾ ਜੋ ਮੈਂ ਸਮਝਾਇਆ ਇਸ ਨੂੰ ਯਾਦ ਰੱਖਣਾ ਹੈ। ਜੇਕਰ ਤੁਸੀਂ ਇਹ ਚੀਜ਼ਾਂ ਯਾਦ ਰੱਖਣੀਆਂ, ਅੱਗੇ ਇਸ ਦੀ ਜਿਹੜੀ ਐਕਸਰਸਾਈਜ਼ਸ ਨੇ ਬਿਲਕੁਲ ਈਜ਼ੀ ਨੇ, ਉਹ ਤੁਸੀਂ ਆਸਾਨੀ ਦੇ ਨਾਲ ਕਰ ਸਕੋਗੇ। ਬਾਕੀ ਜਦੋਂ ਆਪਾਂ ਐਕਸਰਸਾਈਜ਼ਸ ਕਰਾਂਗੇ, ਜੋ ਵੀ ਐਕਸਰਸਾਈਜ਼ ਕਰਾਂਗੇ ਉਸ ਦੇ ਵਿੱਚ ਜੇਕਰ ਕੋਈ ਚੀਜ਼ ਕਮੀ ਪੇਸ਼ੀ ਰਹਿ ਜਾਂਦੀ ਹੈ, ਕੋਈ ਪਜ਼ਲਨੈਸ ਹੁੰਦੀ ਹੈ, ਤਾਂ ਮੌਕੇ ਤੇ ਵੀ ਮੈਂ ਤੁਹਾਨੂੰ ਦੱਸ ਦੇਵਾਂਗਾ। ਸੋ ਇਹ ਸੀਗੇ ਸਾਰੇ ਰੂਲਸ ਜਿਹੜੇ ਤੁਸੀਂ ਨੇ ਯਾਦ ਰੱਖਣੇ ਨੇ। ਐਂਡ ਅੱਗੇ ਆਪਣੀ ਇਸ ਯੂਨਿਟ ਦੀ ਆਪਾਂ ਐਕਸਰਸਾਈਜ਼ ਆ ਜਿਹੜੀ ਉਹ ਕਰਦੇ ਹਾਂ। ਸਭ ਤੋਂ ਫਸਟ ਦੇਖੋ ਬਿਲਕੁਲ ਹੀ ਆਸਾਨ ਹੈ, ਇਸ ਦੇ ਵਿੱਚ ਤੁਸੀਂ ਆਪਣੇ ਕੋਲੋਂ ਇਮੇਜਿਨ ਕਰਕੇ ਇਹ ਚੀਜ਼ਾਂ ਲਿਖਣੀਆਂ ਨੇ। ਮਤਲਬ ਕਿ ਕਰਨਾ ਕੀ ਹੈ, ਦੇਖੋ ਰਾਈਟ ਸੈਂਟੈਂਸਸ ਅਬਾਊਟ ਯੋਰਸੈਲਫ, ਆਪਣੇ ਬਾਰੇ ਸੈਂਟੈਂਸ ਤੁਸੀਂ ਨੇ ਲਿਖੋ। ਪ੍ਰੈਕਟਿਸ ਐਕਸਰਸਾਈਜ਼ ਹੀ ਹੈ, ਆਪਣੇ ਬਾਰੇ ਸੈਂਟੈਂਸ ਲਿਖਣੇ ਨੇ। ਇਮੇਜਿਨ ਥਿੰਗਸ, ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਇਮੇਜਿਨ ਕਰੋ। ਯੂ ਵੁੱਡ ਲਾਈਕ ਔਰ ਵੁਡਨਟ ਲਾਈਕ, ਤੁਸੀਂ ਪਸੰਦ ਕਰਦੇ ਹੋ ਕੋਈ ਚੀਜ਼ ਜਾਂ ਫਿਰ ਨਹੀਂ ਪਸੰਦ ਕਰਦੇ। ਸਭ ਤੋਂ ਪਹਿਲੀ ਗੱਲ ਤਾਂ ਦੇਖੋ ਆਪਾਂ ਨੂੰ ਇਹਨਾਂ ਨੇ ਸੈਂਟੈਂਸ ਪਹਿਲਾਂ ਬ੍ਰੈਕਟ ਦੇ ਵਿੱਚ ਲਿਖੇ ਹੋਇਆ ਕੁਝ, ਉਸ ਦੇ ਮੁਤਾਬਕ ਅੱਗੇ ਆਪਾਂ ਨੇ ਆਨਸਰ ਹੈ ਜਿਹੜਾ ਉਸ ਦਾ ਆਨਸਰ ਦੇਣਾ। ਇੱਕ ਤਰ੍ਹਾਂ ਦਾ ਕੁਐਸਚਨ ਹੈ ਜਾਂ ਇਹਨਾਂ ਨੇ ਇੱਕ ਤਰ੍ਹਾਂ ਦੀ ਸਿਚੁਏਸ਼ਨ ਬਣਾ ਕੇ ਦੇਤੀ ਔਰ ਅੱਗੇ ਆਪਾਂ ਨੇ ਉਸ ਨੂੰ ਲਿਖਣਾ। ਹੁਣ ਇੱਥੇ ਦੋ ਗੱਲਾਂ ਆਉਂਦੀਆਂ ਨੇ, ਵੁੱਡ ਤੋਂ ਬਾਅਦ ਆਪਾਂ ਨੇ ਲਵ, ਲਾਈਕ ਜਾਂ ਫਿਰ ਨਾਈਸ, ਮਤਲਬ ਕਿ ਆਪਾਂ ਕਹਾਂਗੇ ਆਈ ਵੁੱਡ ਲਵ, ਆਈ ਵੁੱਡ ਲਾਈਕ, ਇਟ ਵੁੱਡ ਨਾਈਸ, ਹੈ ਨਾ, ਇਸ ਤਰ੍ਹਾਂ। ਹੁਣ ਆਪਾਂ ਨੇ ਕਦੋਂ ਵੁੱਡ ਤੋਂ ਬਾਅਦ ਲਵ, ਲਾਈਕ, ਨਾਈਸ ਦਾ ਯੂਜ਼ ਕਰਨਾ ਹੈ? ਪਹਿਲੇ ਵਾਲਾ ਸੈਂਟੈਂਸ ਪੜੋ, ਇਸ ਦੇ ਵਿੱਚ ਜੋ ਇਹਨਾਂ ਨੇ ਯੂਜ਼ ਕੀਤਾ ਹੈ ਉਹੀ ਆਪਾਂ ਨੇ ਯੂਜ਼ ਕਰਨਾ ਹੈ। ਜੇ ਇਹਨਾਂ ਨੇ ਲਵ ਯੂਜ਼ ਕੀਤਾ ਲਵੇ ਕਰਾਂਗੇ, ਲਾਈਕ ਕੀਤਾ ਲਾਈਕ, ਨਾਈਸ ਕੀਤਾ ਤਾਂ ਨਾਈਸ। ਜਿਸ ਤਰ੍ਹਾਂ ਦੇਖੋ ਸਭ ਤੋਂ ਫਸਟ ਇਹਨਾਂ ਨੇ ਕੀ ਕਿਹਾ, ਆਪਾਂ ਨੂੰ ਸਿਚੁਏਸ਼ਨ ਦਿੱਤੀ ਹੈ ਫਸਟ ਦੇ ਵਿੱਚ, ਕਹਿੰਦੇ ਅ ਪਲੇਸ ਯੂ ਵੁੱਡ ਲਵ ਟੂ ਲਿਵ, ਉਹ ਜਗ੍ਹਾ ਜਿੱਥੇ ਤੁਸੀਂ ਰਹਿਣਾ ਪਸੰਦ ਕਰਦੇ ਹੋ। ਠੀਕ ਹੈ, ਯੂ ਵੁੱਡ ਲਵ ਟੂ ਲਿਵ। ਹੁਣ ਆਪਾਂ ਉਹ ਜਗ੍ਹਾ ਦਾ ਨਾਮ ਦੱਸ ਦਾਂਗੇ, ਆਪਾਂ ਕਹਾਂਗੇ ਆਈ ਵੁੱਡ ਲਵ ਟੂ ਲਿਵ। ਅੱਗੇ ਤੁਸੀਂ ਕੋਈ ਵੀ ਜਗ੍ਹਾ ਲਿਖ ਦਿਓ, ਕੋਈ ਵੀ, ਜ਼ਰੂਰੀ ਨਹੀਂ ਕਿ ਬਾਏ ਦਾ ਸੀ ਲਿਖਣਾ ਹੈ। ਆਈ ਵੁੱਡ ਲਵ ਟੂ ਲਿਵ ਇਨ ਦਿੱਲੀ, ਆਈ ਵੁੱਡ ਲਵ ਟੂ ਲਿਵ ਇਨ ਮੁੰਬਈ, ਜਿੱਥੇ ਵੀ ਲਿਖ ਸਕਦੇ ਹੋ ਤੁਸੀਂ। ਠੀਕ ਹੈ, ਆਈ ਵੁੱਡ ਲਵ ਟੂ ਲਿਵ ਇਨ ਵਿਲੇਜ, ਹੈ ਨਾ, ਕੁਛ ਵੀ, ਜਾਂ ਸਿਟੀ, ਕੁਛ ਵੀ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ। ਅਗਲਾ ਅ ਜੌਬ ਯੂ ਵੁੱਡ ਨਾਟ ਲਾਈਕ ਟੂ ਡੂ, ਉਹ ਜੌਬ ਜਿਹੜੀ ਤੁਸੀਂ ਵੁਡਨਟ ਲਾਈਕ, ਆ ਗਿਆ ਇੱਥੇ ਵੁਡਨਟ ਲਾਈਕ ਹੀ ਆਪਾਂ ਲਿਖਾਂਗੇ, ਜਿਹੜੀ ਤੁਸੀਂ ਕਰਨਾ ਪਸੰਦ ਨਹੀਂ ਕਰਦੇ। ਜਿਸ ਤਰ੍ਹਾਂ ਮੈਂ ਲਿਖਤਾ ਆਈ ਵੁੱਡ ਨਾਟ ਲਾਈਕ ਟੂ ਬੀ ਅ ਇਲੈਕਟ੍ਰੀਸ਼ੀਅਨ, ਆਈ ਵੁੱਡ ਨਾਟ ਲਾਈਕ ਟੂ ਬੀ ਅ ਇਲੈਕਟ੍ਰੀਸ਼ੀਅਨ, ਮੈਂ ਇੱਕ ਇਲੈਕਟ੍ਰੀਸ਼ੀਅਨ ਬਣਨਾ ਪਸੰਦ ਨਹੀਂ ਕਰੂੰਗਾ। ਤੁਸੀਂ ਪੁਲਿਸਮੈਨ, ਕੁਛ ਵੀ ਜੋ ਤੁਹਾਨੂੰ ਲੱਗਦਾ ਤੁਸੀਂ ਇੱਥੇ ਲਿਖ ਸਕਦੇ ਹੋ, ਜੋ ਤੁਹਾਨੂੰ ਜੌਬ ਨਹੀਂ ਪਸੰਦ ਹੈਗੀ। ਅੱਗੇ ਸਮਥਿੰਗ ਯੂ ਵੁੱਡ ਲਵ ਟੂ ਡੂ, ਕੋਈ ਵੀ ਸਮਥਿੰਗ, ਕੋਈ ਵੀ ਚੀਜ਼ ਜਿਹੜੀ ਤੁਸੀਂ ਕਰਨਾ ਪਸੰਦ ਕਰਦੇ ਹੋ। ਮਤਲਬ ਕਿ ਆਈ ਵੁੱਡ ਲਵ, ਦੇਖੋ ਲਵ ਹੈ ਇੱਥੇ, ਲਵ ਹੀ ਕਹਾਂਗੇ। ਆਈ ਵੁੱਡ ਲਵ ਟੂ ਰਾਈਡ ਅ ਬਾਈਕ, ਮੈਂ ਲਿਖਤਾ ਆਈ ਵੁੱਡ ਲਵ ਟੂ ਰਾਈਡ ਅ ਬਾਈਕ, ਮੈਨੂੰ ਬਾਈਕ ਚਲਾਉਣਾ ਮਤਲਬ ਕਿ ਪਸੰਦ ਹੈ, ਮੈਂ ਬਾਈਕ ਚਲਾਉਣਾ ਚਾਹੂੰਗਾ। ਤੁਸੀਂ ਕੁਝ ਵੀ ਕਹਿ ਸਕਦੇ ਹੋ, ਕਾਰ ਕਹਿ ਸਕਦੇ ਹੋ, ਹੈਲੀਕਾਪਟਰ ਕਹਿ ਸਕਦੇ ਹੋ। ਚੌਥਾ ਸਮਥਿੰਗ ਦੈਟ ਵੁੱਡ ਬੀ ਨਾਈਸ ਟੂ ਹੈਵ, ਕੋਈ ਚੀਜ਼ ਜਿਹੜੀ ਕਿ ਵਧੀਆ ਹੋਵੇ, ਜੇਕਰ ਤੁਹਾਡੇ ਲਵੇ ਹੋਵੇ, ਤੁਸੀਂ ਕਿਹੜੀ ਚੀਜ਼ ਚਾਹੁੰਦੇ ਹੋ ਕਿ ਆਹ ਚੀਜ਼ ਹੋਣੀ ਚਾਹੀਦੀ ਹੈ, ਤਾਂ ਆਪਾਂ ਕਹਾਂਗੇ ਦੇਖੋ ਮੈਂ ਕਹਿੰਦਾ ਪਹਿਲੀ ਗੱਲ ਤਾਂ ਵੁੱਡ ਨਾਈਸ ਹੈ, ਤਾਂ ਆਪਾਂ ਕਹਾਂਗੇ ਇਟ ਵੁੱਡ ਨਾਈਸ। ਠੀਕ ਹੈ, ਇਟ ਵੁੱਡ ਵੀ ਨਾਈਸ, ਸੌਰੀ ਇਟ ਵੁੱਡ ਵੀ ਹੈ, ਦੇਖੋ ਇਟ ਵੁੱਡ ਵੀ ਨਾਈਸ, ਤਾਂ ਆਪਾਂ ਕਹਾਂਗੇ ਇਟ ਵੁੱਡ ਵੀ ਨਾਈਸ, ਬਹੁਤ ਵਧੀਆ ਹੋਵੇ, ਟੂ ਹੈਵ, ਇਟ ਵੁੱਡ ਬੀ ਨਾਈਸ ਟੂ ਹੈਵ ਅ ਸਵੀਮਿੰਗ ਪੂਲ ਐਟ ਹੋਮ, ਮੈਂ ਕਹਿ ਰਿਹਾ ਕਿ ਬਹੁਤ ਵਧੀਆ ਹੋਵੇਗਾ ਜੇਕਰ ਘਰ ਦੇ ਵਿੱਚ ਸਵੀਮਿੰਗ ਪੂਲ ਹੋਵੇ। ਤੁਸੀਂ ਹੋਰ ਚੀਜ਼ ਵੀ ਕੋਈ ਕਹਿ ਸਕਦੇ ਹੋ, ਗਾਰਡਨ ਵੀ ਕਹਿ ਸਕਦੇ ਹੋ, ਕੁਛ ਮਰਜ਼ੀ। ਅਗਲਾ ਅ ਪਲੇਸ ਯੂ ਵੁੱਡ ਲਾਈਕ ਟੂ ਗੋ ਟੂ, ਉਹ ਜਗ੍ਹਾ ਜਿੱਥੇ ਤੁਸੀਂ ਜਾਣਾ ਪਸੰਦ ਕਰਦੇ ਹੋ, ਤਾਂ ਮੈਂ ਕਿਹਾ ਆਈ ਵੁੱਡ ਲਾਈਕ ਟੂ ਗੋ ਟੂ ਗੋਆ, ਤੁਸੀਂ ਜਿੱਥੇ ਜਾਣਾ ਪਸੰਦ ਕਰਦੇ ਹੋ ਉਹ ਚੀਜ਼ ਇੱਥੇ ਕਰ ਸਕਦੇ ਹੋ। ਸੋ ਇਹ ਤਾਂ ਸਿਰਫ ਇੱਕ ਪ੍ਰੈਕਟਿਸ ਹੀ ਐਕਸਰਸਾਈਜ਼ ਸੀ, ਬਿਲਕੁਲ ਆਸਾਨ ਹੈ। ਇਸ ਤੋਂ ਅਗਲੀਆਂ ਆਪਾਂ ਦੇਖਦੇ ਹਾਂ, ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਫਸਟ। ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦੀ ਸੈਕਿੰਡ ਜਿਹੜੀ ਐਕਸਰਸਾਈਜ਼ ਹੈ ਉਹ ਆਪਾਂ ਕਰਦੇ ਹਾਂ। ਦੇਖੋ ਇਸ ਐਕਸਰਸਾਈਜ਼ ਦੇ ਵਿੱਚ ਕੀ ਕਰਨਾ ਹੈ,
ਉੱਪਰ ਲਿਖ ਕੇ ਵੀ ਦੱਸਿਆ ਗਿਆ, ਮੈਂ ਤੁਹਾਨੂੰ ਇਸ ਤਰ੍ਹਾਂ ਸਮਝਾ ਦਿੰਦਾ। ਆਪਾਂ ਨੂੰ ਦੇਖੋ ਸੈਂਟੈਂਸ ਦਿੱਤੇ ਗਏ ਨੇ 9 ਸੈਂਟੈਂਸ ਨੇ ਔਰ ਉੱਪਰ ਆਪਾਂ ਨੂੰ 9 ਹੀ ਉੱਪਰ ਆਪਾਂ ਨੂੰ ਜਿਹੜੇ ਵਰਡਸ ਨੇ ਵਰਬ ਦੀ ਫਾਰਮਸ ਨੇ, ਸਾਰੀਆਂ ਇਹ ਵਰਬ ਦੀ ਫਾਰਮਸ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ। ਇਹ ਤੁਹਾਨੂੰ ਪਤਾ ਹੀ ਆਪਾਂ ਕਿਸ ਤਰ੍ਹਾਂ ਯੂਜ਼ ਕਰਦੇ ਹੁੰਦੇ ਆ। ਆਪਾਂ ਸੈਂਟੈਂਸ ਪੜਾਂਗੇ, ਸੈਂਟੈਂਸ ਦੀ ਸੈਂਸ ਦੇ ਮੁਤਾਬਕ ਆਪਾਂ ਦੇਖਾਂਗੇ ਕਿ ਉੱਪਰੋਂ ਆਪਾਂ ਕਿਹੜੀ ਫਾਰਮ ਹੈ ਜਿਹੜੀ ਢੁਕਵੀਂ ਰਹੇਗੀ ਉਹ ਆਪਾਂ ਲਗਾਵਾਂਗੇ। ਹੁਣ ਅਗਲੀ ਗੱਲ ਕੀ ਕਰਨੀ ਹੈ, ਇਹਨਾਂ ਨੇ ਕਿਹਾ ਜਿਹੜੇ ਆਪਾਂ ਨੇ ਬਲੈਂਕਸ ਜਿਹੜੇ ਕੰਪਲੀਟ ਕਰਨੇ ਨੇ, ਇਹਨਾਂ ਦੇ ਵਿੱਚ ਤੁਸੀਂ ਯੂਜ਼ ਕਰੋ ਵੁੱਡ ਪਲੱਸ ਦਾ ਫੋਲੋਇੰਗ ਵਰਬਸ, ਮਤਲਬ ਕਿ ਵੁੱਡ ਦੇ ਨਾਲ ਇਹਨਾਂ ਜਿਹੜੇ ਵਰਬਸ ਨੇ ਇਹਨਾਂ ਦਾ ਆਪਾਂ ਯੂਜ਼ ਕਰਾਂਗੇ। ਜਿਸ ਤਰ੍ਹਾਂ ਕਿ ਵੁੱਡ ਇੰਜੋਏ, ਵੁੱਡ ਹੈਵ, ਵੁੱਡ ਪਾਸ, ਵੁੱਡ ਡੂ, ਹੈ ਨਾ, ਵੁੱਡ ਬੀ, ਮਤਲਬ ਕਿ ਉਹ ਸੈਂਸ ਦੇ ਮੁਤਾਬਕ ਆਪਾਂ ਦੇਖਾਂਗੇ ਕਿੱਥੇ ਵੁੱਡ ਦੇ ਨਾਲ ਕਿਹੜੀ ਵਰਬ ਦੀ ਫਾਰਮ ਆਏਗੀ। ਬਟ ਬ੍ਰੈਕਟ ਦੇ ਵਿੱਚ ਇਹ ਗੱਲ ਵੀ ਇਹਨਾਂ ਨੇ ਕਹੀ ਹੈ ਇਨ ਦਾ ਕਰੈਕਟ ਫਾਰਮ, ਕਰੈਕਟ ਫਾਰਮ ਦੇ ਵਿੱਚ ਲਿਖਣਾ ਹੈ। ਹੁਣ ਕਰੈਕਟ ਫਾਰਮ ਦੇ ਵਿੱਚ ਕਿਸ ਤਰ੍ਹਾਂ, ਕਿਉਂਕਿ ਜਿਹੜੇ ਆਪਣੇ ਸੈਂਟੈਂਸ ਨੇ ਇਹ ਪ੍ਰੈਜ਼ੈਂਟ ਦੇ ਵਿੱਚ ਵੀ ਹੋ ਸਕਦਾ, ਪਾਸਟ ਦੇ ਵਿੱਚ ਵੀ ਹੋ ਸਕਦਾ। ਤਾਂ ਦੇਖੋ ਤੁਸੀਂ ਕੀ ਕਰੋਗੇ, ਆਪਾਂ ਵੁੱਡ ਦਾ ਯੂਜ਼ ਦੋ ਤਰੀਕਿਆਂ ਨਾਲ ਕਰਾਂਗੇ ਇਹਨਾਂ ਬਲੈਂਕਸ ਦੇ ਵਿੱਚ। ਇੱਕ ਤਾਂ ਆਪਾਂ ਵੁੱਡ ਪਲੱਸ ਵਰਬ ਦੀ ਫਸਟ ਫਾਰਮ, ਮਤਲਬ ਕਿ ਜਿੰਨੇ ਵੀ ਬਲੈਂਕਸ ਨੇ ਬਲੈਂਕ ਦੇ ਵਿੱਚ ਵੁੱਡ ਦੇ ਨਾਲ ਉੱਪਰੋਂ ਆਪਾਂ ਵਰਬ ਦੀ ਫਸਟ ਫਾਰਮ ਲਵਾਂਗੇ, ਜਿਹੜੀਆਂ ਵਰਬਸ ਨੇ ਫਸਟ ਫਾਰਮ ਦੇ ਵਿੱਚ ਹੀ ਨੇ, ਵਰਬ ਦੀ ਫਾਰਮ ਲਵਾਂਗੇ ਉਹ ਲਗਾ ਦਾਂਗੇ ਸੈਂਸ ਦੇ ਮੁਤਾਬਕ। ਔਰ ਦੂਸਰਾ ਆਪਾਂ ਵੁੱਡ ਹੈਵ ਦੇ ਨਾਲ ਵਰਬ ਦੀ ਥਰਡ ਫਾਰਮ ਦਾ ਯੂਜ਼ ਕਰਾਂਗੇ। ਹੁਣ ਆਪਾਂ ਨੇ ਕਿੱਥੇ ਜਿਹੜੇ ਬਲੈਂਕਸ ਨੇ ਕਿਹੜੀ ਜਗ੍ਹਾ ਤੇ ਵੁੱਡ ਪਲੱਸ ਵਰਬ ਦੀ ਫਸਟ ਫਾਰਮ ਦਾ ਯੂਜ਼ ਕਰਨਾ ਹੈ ਔਰ ਕਿਸ ਜਗ੍ਹਾ ਤੇ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦਾ ਯੂਜ਼ ਕਰਨਾ ਉੱਪਰੋਂ, ਜਿਸ ਤਰ੍ਹਾਂ ਕਿ ਪਾਸ ਪਾਸਡ, ਸਟਾਪ ਸਟਾਪਡ, ਇਸ ਤਰ੍ਹਾਂ। ਉਹ ਦੇਖੋ ਬਿਲਕੁਲ ਸਿੰਪਲ ਹੈ। ਜਦੋਂ ਤੁਸੀਂ ਸੈਂਟੈਂਸ ਜਿੰਨੇ ਵੀ ਸੈਂਟੈਂਸ ਨੇ, ਸੈਂਟੈਂਸ ਨੂੰ ਸ਼ੁਰੂ ਦੇ ਵਿੱਚ ਤੁਸੀਂ ਪੜੋਗੇ, ਜੇਕਰ ਸੈਂਟੈਂਸ ਹੋਇਆ ਸ਼ੁਰੂ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਜਾਂ ਫਿਰ ਫਿਊਚਰ ਦੇ ਵਿੱਚ, ਹੁਣ ਪ੍ਰੈਜ਼ੈਂਟ ਤੇ ਫਿਊਚਰ ਦਾ ਤੁਹਾਨੂੰ ਪਤਾ ਹੀ ਹੈ ਨਾ ਕਦੋਂ ਹੋਏਗਾ, ਫਿਰ ਤੁਸੀਂ ਨੇ ਜਿਹੜੇ ਬਲੈਂਕਸ ਨੇ ਉਸ ਦੇ ਵਿੱਚ ਤੁਸੀਂ ਨੇ ਵੁੱਡ ਪਲੱਸ ਵਰਬ ਦੀ ਫਸਟ ਫਾਰਮ ਦਾ ਯੂਜ਼ ਕਰਨਾ ਹੈ। ਵੁੱਡ ਦਾ ਯੂਜ਼ ਕਰੋਗੇ, ਉੱਪਰੋਂ ਜਿਹੜੀ ਹੈ ਵਰਬ ਦੀ ਫਸਟ ਫਾਰਮ ਲਵੋਗੇ ਸੈਂਸ ਦੇ ਮੁਤਾਬਕ। ਜੇਕਰ ਜਿਹੜੇ ਮੂਰਲੇ ਸੈਂਟੈਂਸ ਨੇ ਜਦੋਂ ਸ਼ੁਰੂ ਕਰੋਗੇ ਪੜ੍ਹਨਾ, ਜੇਕਰ ਪਾਸਟ ਦੇ ਵਿੱਚ ਹੋਇਆ ਫਿਰ ਤੁਸੀਂ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦਾ ਯੂਜ਼ ਕਰਨਾ ਹੈ। ਵੁੱਡ ਹੈਵ ਔਰ ਉੱਪਰੋਂ ਸੈਂਸ ਦੇ ਮੁਤਾਬਕ ਜਿਹੜੀ ਵੀ ਵਰਬ ਲਓਗੇ ਵੁੱਡ ਹੈਵ ਦੇ ਨਾਲ ਉਹ ਥਰਡ ਫਾਰਮ ਹੈ ਜਿਹੜੀ ਉਹ ਆਏਗੀ। ਆਈ ਹੋਪ ਕਿ ਇੰਨਾ ਤੁਸੀਂ ਸਮਝ ਗਏ ਹੋਵੋਗੇ, ਬਿਲਕੁਲ ਈਜ਼ੀ ਹੈ। ਹੁਣ ਦੇਖੋ ਆਪਾਂ ਸਟਾਰਟ ਕਰਦੇ ਹਾਂ। ਫਸਟ ਦੇਖੋ, ਫਸਟ ਦੇ ਵਿੱਚ ਕਹਿ ਰਿਹਾ ਦੇ ਹੈਲਪਡ ਅਸ ਅ ਲੋਟ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਪਹਿਲੀ ਗੱਲ ਤਾਂ ਦੇਖੋ ਹੈਲਪਡ ਪਾਸਟ ਦੇ ਵਿੱਚ ਆ ਗਿਆ, ਇਹਦਾ ਮਤਲਬ ਵੁੱਡ ਹੈਵ ਪਲੱਸ ਵਰਬ ਦੀ ਥਰਡ ਫਾਰਮ ਦਾ ਯੂਜ਼ ਹੋਏਗਾ, ਠੀਕ ਹੈ, ਯਾਦ ਰੱਖਿਓ। ਦੇ ਹੈਲਪਡ ਅਸ ਅ ਲੋਟ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਆਈ ਡੋਂਟ ਨੋ, ਮੈਨੂੰ ਨਹੀਂ ਪਤਾ। ਵਟ ਵੀ ਵਿਦਆਊਟ देयर ਹੈਲਪ, ਹੁਣ ਆਪਾਂ ਸਭ ਤੋਂ ਪਹਿਲਾਂ ਦੇਖੋ ਵਟ ਵੀ ਦੇ ਨਾਲ ਵੁੱਡ ਹੈਵ ਤਾਂ ਲੱਗੇਗਾ ਹੀ ਲੱਗੇਗਾ, ਕਿਉਂਕਿ ਪਾਸਟ ਦੇ ਵਿੱਚ ਹੈ ਤਾਂ ਵੁੱਡ ਹੈਵ ਦਾ ਆਪਾਂ ਯੂਜ਼ ਕੀਤਾ। ਹੁਣ ਉੱਪਰੋਂ ਆਪਾਂ ਕਿਹੜੀ ਵਰਬ ਦੀ ਫਾਰਮ ਲੈ ਕੇ ਆਵਾਂਗੇ, ਸੈਂਸ ਸਮਝੋ। ਇਹਨਾਂ ਨੇ ਕਿਹਾ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ, ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਮਦਦ ਤੋਂ ਬਿਨਾ ਅਸੀਂ, ਹੁਣ ਇੱਥੇ ਵਰਬ ਦੀ ਫਾਰਮ ਦੇਖੋ, ਜੇਕਰ ਆਪਾਂ ਲਾ ਦਿੰਨੇ ਆ we would have stopped without their help, ਸਾਨੂੰ ਨਹੀਂ ਪਤਾ ਕਿ ਅਸੀਂ ਉਹਨਾਂ ਦੀ ਮਦਦ ਤੋਂ ਬਿਨਾ ਕਿਵੇਂ ਰੁਕਦੇ। ਦੇਖੋ ਰੁਕਦੇ ਦੇ ਨਾਲ ਤਾਂ ਕੋਈ ਸੈਂਸ ਹੀ ਨਹੀਂ ਬਣੀ। ਉਹਨਾਂ ਨੇ ਸਾਡੀ, ਆਪਾਂ ਜੇਕਰ ਕਹੀਏ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਐਂਡ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਮਦਦ ਤੋਂ ਬਿਨਾ ਅਸੀਂ ਕਿਵੇਂ ਰੁਕਦੇ, ਉਹਨਾਂ ਦੀ ਮਦਦ ਤੋਂ ਬਿਨਾ ਅਸੀਂ ਕਿਵੇਂ ਪਾਸ ਹੁੰਦੇ, ਇਹ ਤਾਂ ਕੋਈ ਸੈਂਸ ਹੀ ਨਹੀਂ ਬਣ ਰਹੀ। ਉਹਨਾਂ ਦੀ ਮਦਦ ਤੋਂ ਬਿਨਾ ਅਸੀਂ ਕਿਵੇਂ ਹੈਵ ਦਾ, ਦੇਖੋ ਆਉਂਦਾ ਹੀ ਨਹੀਂ, ਵੁੱਡ ਹੈਵ ਹੈਡ ਹਨ, ਇਹ ਤਾਂ ਆਉਂਦਾ ਹੀ ਨਹੀਂ। ਇੰਜੋਏ, ਉਹਨਾਂ ਦੀ ਮਦਦ ਤੋਂ ਬਿਨਾ ਅਸੀਂ ਕਿਵੇਂ ਇੰਜੋਏ ਕਰਦੇ, ਇਹ ਵੀ ਨਹੀਂ ਆਉਂਦਾ। ਜੇਕਰ ਡੂ ਦੇਖੀਏ, ਇੱਥੇ ਵਰਬ ਦੀ ਫਾਰਮ ਹੈਗੀ ਡਨ, ਤਾਂ ਇਹ ਕੀ ਬਣ ਗਿਆ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ। ਆਈ ਡੋਂਟ ਨੋ ਵਟ ਵੀ ਵੁੱਡ ਹੈਵ ਡਨ ਵਿਦਆਊਟ देयर ਹੈਲਪ, ਮੈਨੂੰ ਨਹੀਂ ਪਤਾ ਉਹਨਾਂ ਦੀ ਮਦਦ ਤੋਂ ਬਿਨਾ ਅਸੀਂ ਕੀ ਕਰਦੇ, ਡੂ ਕਰਨਾ, ਅਸੀਂ ਕੀ ਕਰਦੇ, ਇਹ ਬਿਲਕੁਲ ਟੁਕਮ ਹੈ, ਡੂ ਆ ਗਿਆ। ਆਈ ਹੋਪ ਕਿ ਸਮਝ ਗਏ ਹੋਵੋਗੇ। ਅਗਲੇ ਤੁਸੀਂ ਖੁਦ ਵੀ ਬਣਾ ਕੇ ਦੇਖ ਸਕਦੇ ਹੋ। ਸੈਕੰਡ, ਯੂ ਸ਼ੁੱਡ ਗੋ ਐਂਡ ਸੀ ਦ ਫਿਲਮ, ਤੁਹਾਨੂੰ ਜਾਣਾ ਚਾਹੀਦਾ ਹੈ ਤੇ ਜਾ ਕੇ ਫਿਲਮ ਦੇਖਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਸ਼ੁੱਡ ਹੈ, ਮਤਲਬ ਕਿ ਮੋਡਲ ਹੈਲਪਿੰਗ ਵਰਬ ਹੈ, ਇਹ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ ਇੱਥੇ, ਸ਼ੁੱਡ ਗੋ ਹੈ ਨਾ, ਪ੍ਰੈਜ਼ੈਂਟ ਦੀ ਹੈ, ਮਤਲਬ ਵੁੱਡ ਪਲੱਸ ਵਰਬ ਦੀ ਫਸਟ ਫਾਰਮ ਦਾ ਹੀ ਆਪਾਂ ਯੂਜ਼ ਕਰਾਂਗੇ। ਕਹਿੰਦੇ ਤੁਹਾਨੂੰ ਜਾਣਾ ਚਾਹੀਦਾ ਤੇ ਫਿਲਮ ਦੇਖਣੀ ਚਾਹੀਦੀ ਹੈ। ਅੱਗੇ ਯੂ ਇਟ, ਪਹਿਲੀ ਗੱਲ ਤਾਂ ਯੂ ਨਾਲ ਵੁੱਡ ਤਾਂ ਆਏਗਾ, ਯੂ ਵੁੱਡ। ਹੁਣ ਦੇਖੋ ਇੱਥੇ ਜੇਕਰ ਤੁਸੀਂ ਕਹੋਗੇ ਤੁਸੀਂ ਜਾ ਕੇ ਫਿਲਮ ਦੇਖੋ, ਯੂ ਵੁੱਡ ਪਾਸ ਇਟ, ਇਹ ਤਾਂ ਗੱਲ ਨਹੀਂ ਬਣੀ, ਤੁਸੀਂ ਇਸ ਨੂੰ ਪਾਸ ਹੋ ਜਾਓਗੇ। ਯੂ ਵੁੱਡ ਸਟਾਪ ਇਟ, ਤੁਸੀਂ ਇਸ ਨੂੰ ਰੋਕ ਦੋਗੇ, ਨਹੀਂ, ਯੂ ਵੁੱਡ ਇੰਜੋਏ, ਕਿਉਂਕਿ ਫਿਲਮ ਦੀ ਗੱਲ ਆ ਰਹੀ ਹੈ, ਆਪਾਂ ਫਿਲਮ ਇੰਜੋਏ ਕਰਾਂਗੇ। ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਤੁਸੀਂ ਜਾ ਕੇ ਫਿਲਮ ਦੇਖੋ, ਤੁਸੀਂ ਇੰਜੋਏ ਕਰੋਗੇ, ਤਾਂ ਆਪਾਂ ਕਹਾਂਗੇ ਯੂ ਵੁੱਡ ਇੰਜੋਏ ਇਟ, ਤੁਸੀਂ ਇਸ ਨੂੰ ਇੰਜੋਏ ਕਰੋਗੇ। ਇੱਥੇ ਇੰਜੋਏ ਆ ਗਿਆ। ਅਗਲਾ ਦੇਖੋ, ਇਟਸ ਅ ਪੀਟੀ,
यू कुडंट कम टू द पार्टी, कहना बहुत तरसयोग गल है भी लास्ट नाइट तुसी पार्टी दे विच नहीं आए। लास्ट नाइट, पहली गल तो इत्थे भी लास्ट है, इत्थे भी कुड है, इहदा मतलब पास्ट है। आपां वुड हैव दा डन वुड हैव दा यूज करांगे। और अगे की कह रहा है, यू इट, ये तो डेफिनेटली है कि वुड हैव आएगा, पास्ट है ना, वुड हैव। हुण अगे देखना आपां की कहंदा है, वो कहंदा भी लास्ट नाइट तुसी पार्टी दे विच नहीं आ सके, है ना, कुडंट कम टू द पार्टी, तुसी पार्टी दे विच लास्ट नाइट नहीं आ सके। यू वुड हैव इट, हुण आपां कहांगे यू वुड हैव स्टॉप्ड इट, तुसी इस नूं रोक दिंदे। यू वुड हैव पास्ड इट, तुसी इस नूं पास कर दिंदे। नहीं, पार्टी की गल हो रही है, इत्थे भी जेकर आपां इंजॉय कहिए, यू वुड हैव इंजॉयड इट, भी तुसी ने इस पार्टी नूं इंजॉय किया हुंदा जेकर तुसी आउंदे। इहदा मतलब इत्थे भी इंजॉय है जिहड़ा वो वर्ब की फॉर्म आएगी। इंजॉय दे पास थर्ड फॉर्म करी क्योंकि वुड हैव है, तो इंजॉयड क्योंकि पास्ट दे विच है, तां करके। आई होप कि तुसीं समझी जा रहे हो, बिल्कुल ईजी है। चौथा, शैल आई अप्लाई फॉर द जॉब और नॉट, मैनू जॉब के लिए अप्लाई करना चाहिए या फिर नहीं। शैल फ्यूचर की गल है, यदा मतलब वुड प्लस वर्ब की फर्स्ट फॉर्म का यूज करांगे। और अगे देखो वट, ये इंटैरोगेटिव है, इत्थे वट आ गया, इत्थे अपने ब्लैंक आ गई, फिर यू, यदा मतलब जिहड़ा वुड का यूज है आपां इंटैरोगेटिव है पहला करांगे। वट वुड यू, इत्थे हुण आपां की कहांगे, वो कहंदा मैनू जॉब के लिए अप्लाई करना चाहिए या नहीं, पुछ रहा है। और अगे कहंदा वट वुड यू इन माई पोजीशन, भी जेकर तुसी मेरी जगह ते हुंदे तां तुसी, हुण आपां स्टॉप ते इत्थे आ नहीं सकदा, आपां इह तां कह नहीं सकदे वट वुड यू स्टॉप इन माई पोजीशन, है ना, वट वुड यू पास इन माई पोजीशन, नहीं। ये कह रहा है कि जेकर तुसी मेरी जगह ते हुंदे तां तुसी की करदे, वट वुड यू डू, वट वुड यू डू इन माई पोजीशन, मेरी जगह ते जेकर तुसी हुंदे तां तुसी की करदे। पंजवां, आई वॉज इन अ हरी वैन आई सॉ यू, जदों मैं तुहानूं कहना देखिया सीगा मैं बहुत काली दे विच सीगा, पास्ट दी गल है। अदरवाइज नहीं तां आई टू टॉक, अदरवाइज आई वुड हैव क्योंकि पास्ट दे विच है। हुण आई वुड हैव कहना मैं काली दे विच सीगा तां करके मैं नहीं रुकिया। अदरवाइज नहीं तो मैं आई वुड हैव टू टॉक, नहीं तो मैं तुहानूं, इहदा मतलब ये कह रहा नहीं तो मैं तुहानूं तुहाडे नाल गलबात करन दे लई मैं रुकदा, मतलब कि स्टॉप, इत्थे हैगी थर्ड फॉर्म स्टॉप्ड, क्योंकि गल यही जी कह रहा है, आपां नूं समझ आ गई, क्योंकि कह रहा है आई वॉज इन हरी वैन आई सॉ यू, जदों मैं तुहानूं देखिया सीगा मैं थोड़ा जल्दबाजी दे विच सीगा। अदरवाइज आई वुड हैव स्टॉप टू टॉक, नहीं तो मैं बोलण दे लई तुहाडे नाल गल करन दे लई मैं रुकिया हुंदा, है ना, बिल्कुल ईजी है। तो स्टॉप इत्थे आ गया, ठीक है। अगला, वी टुक अ टैक्सी होम लास्ट नाइट, असी घर जाण दे लई लास्ट नाइट पास्ट दे विच है, मतलब पास्ट वुड हैव आएगा। असी टैक्सी करवाई घर जाण दे लई, बट गॉट स्टक इन द ट्रैफिक, पर असी ट्रैफिक दे विच फस गए। अगे इट क्विकर टू वॉक, इट वुड हैव क्विकर टू वॉक, ਇਹਦਾ मतलब कहना चाह रहा है कि असी टैक्सी करवाई, असी ट्रैफिक दे विच फस गए, टैक्सी जी ट्रैफिक दे विच फस गई, असी लेट हो गए घर जाण दे लई। इट वुड हैव क्विकर टू वॉक, जेकर कहना सी मतलब पैदल जांदे तो वह ज़्यादा क्विकर होना सी, होना मतलब कि बी, तो इत्थे आएगा बीन, ਇਹਦਾ मतलब बन गया इट वुड हैव बीन क्विकर, भी उस तो ज़्यादा जल्दी होना सीगा टू वॉक, जेकर असी पैदल घरे जाते तो जल्दी असी पहुँच जाते, ठीक है। सतवां, वाई डोंट यू गो एंड सी क्लेयर, मतलब तुसी क्यों नहीं क्लेयर नूं जाके मिलते, है ना। वाई डोंट प्रेजेंट की गल हो रही है, वुड प्लस वर्ब की फर्स्ट फॉर्म। शी वेरी प्लीज्ड टू सी यू, पहली गल तो शी वुड, हुण देखो इत्थे आपां की कहोगे, आपां ये गल थोड़ी कहांगे शी वुड पास वेरी प्लीज टू यू, ये तो गल ही नहीं बनी। या फिर जेकर आप कहिए शी वुड हैव वेरी प्लीज्ड टू सी यू, नहीं, शी वुड उस तो बाद आप कहांगे बी, शी वुड बी का मतलब होना, यदा मतलब बन गया शी वुड बी वेरी प्लीज्ड टू सी यू, तुहानू मिलके वो बहुत ज़्यादा खुश होवेगी, होना बी। आई होप के समझ रहे हो, ठीक है, बी आ गया। अगला, वाई डिडेंट यू डू द एग्जाम, तुसी ने पेपर क्यों नहीं किया, एग्जाम क्यों नहीं किया। डिडेंट पास्ट की गल है, वुड हैव। आई एम श्योर यू वुड हैव
उस बाद इट। ये तो बिल्कुल ईजी है, सबनों पता लग रहा है एग्जाम की गल हो रही है। पास, यू वुड हैव पास्ड, क्योंकि पास्ट है तो इत्थे पास्ट आएगा। यू वुड हैव पास्ड इट, तुसीं इसनूं पास कर लिया हुंदा है ना। 9वां इक्के रह गया। इन एन आइडियल वर्ल्ड, मतलब इस आदर्श वर्ल्ड दे विच, दुनिया दे विच, एवरीबडी इनफ टू ईट। एवरीबडी इनफ टू ईट मतलब कि एवरीबडी वुड, क्योंकि प्रेजेंट की गल हो रही है। इन एन आइडियल वर्ल्ड है ना, एवरीबडी वुड, उस तो बाद हैव रह गया कल्ला हैव। हैव का मतलब होंदा होना, कोल होना। तो यह कह रहा है कि इस आदर्श दुनिया दे विच एवरीबडी वुड हैव इनफ टू टॉक, सारिਆਂ ਦੇ ਕੋਲ बोलन ਦੇ ਲਈ बहुत कुछ है। सो देखो अपने टाइम इस ते जरूर लगाया है, क्योंकि कल्ली कल्ली चीज़ समझाउणी है ना सेंस के मुताबिक किहड़ी वर्ब कित्थे आई तो जरूरी है, ठीक है। सो इनू तुसीं ने समझना चंगी तरह। जेकर कुछ नहीं समझ आउंदा हुंदा ना तो थोड़ा जिहा एक बार दोबारा रीप्ले कर लिया करो। सो ये सी अपनी इस यूनिट का अपना पार्ट सैकेंड। एंड इस तो अगे अपनी इस यूनिट की आप 4th और 5th एक्सरसाइज करते हैं। सब तो पहला 4th दे विच की करना है, राइट सेंटेंसेस यूजिंग प्रोमिस्ड प्लस वुड या फिर वुड नॉट। आपां ने देखो इन्होंने सेंटेंस आपां दिते ने 4 तो बाद दोबारा फिर आपां नूं ब्लैंक है, मतलब कि एक सेंटेंस अगे आपां ने अपने को दोबारा फिर बनाउणा है पहले वाला पढ़ के। हुण जिहड़ा वो बनाउणा है किस तरह बनाउणा है वो मैं तुहानूं बाद च दसांगा। सब तो पहला उस दे विच आपां ने प्रोमिस्ड तो बाद प्लस या तो वुड का यूज करना है या फिर वुड नॉट का। हुण देखो स्ट्रक्चर, ये पहला सेंटेंस पढ़ के अगले वाला जिहड़ा बनाउणा आपां ने किस तरह बनाउणा है। सब तो पहला उस दे विच सब्जैक्ट यूज होएगा। सब्जैक्ट किहड़ा यूज होएगा इस सेंटेंस दे विच, जिहड़े सब्जैक्ट बारे अगे आपां गल कर रहे हैं। जिस तरह देखो मैं पढ़दा, इहदे विच हैगा आई वंडर वाई लारा इज लेट। कहना मैं हैरान हाँ कि लारा लेट क्यों है। जिहड़ी मेन वर्ब की फॉर्म है, कम की हो रहा है मतलब लेट होने का। लेट होने की किस दी गल हो रही है, लारा दी। तो इत्थे लारा जिहड़ा वो आएगा सब्जैक्ट। हुण लारा इत्थे तां आपां नाम यूज नहीं करांगे, आपां उसका प्रनाउन यूज कर लांगे। लारा आपां एक लड़की मान लैंदे आ तां आपां शी यूज करांगे। इसे तरह अगला है, इस दे विच की है आई वंडर वाई स्टीव हैज नॉट कॉल्ड मी। कहना स्टीव ने मैनू कॉल क्यों नहीं की, मैं हैरान हाँ। इत्थे कॉल किसने नहीं की, स्टीव ने। तो इत्थे जिहड़ा सब्जैक्ट आएगा वो स्टीव आएगा। वैसे इन्होंने आपां नूं पहलां तो ही सब्जैक्ट दे रखे ने, ठीक है स्टीव। इस तरह वाई डिड यू टेल जेन वट आई सैड। कहना तुसी वाई डिड यू टेल जेन, भी तुसी ने जेन नूं क्यों नहीं दस्सिया। तो इत्थे जिहड़ा काम है वो कौन कर रहा है, किहदे करने दे लई कहा जा रहा है, यू। तो इत्थे यू आ गया। वैसे इन्होंने सब्जैक्ट दे रखे ने, है ना इस तरह। और पहला तुसी वो सब्जैक्ट लिखोगे, मैं तुहानूं समझाता जिहड़ा। उस तो बाद आपां ने यूज करना है प्रोमिस्ड। हर एक दे विच प्रोमिस्ड तो बाद प्लस दोबारा फिर सब्जैक्ट। और जिहड़ा यह दोबारा फिर सब्जैक्ट होएगा ये सेम यही होएगा। जेकर अगे सब्जैक्ट है शी तो प्रोमिस्ड तो बाद दोबारा फिर शी, जे हैगा यू तो प्रोमिस्ड तो बाद दोबारा फिर यू, ठीक है इस तरह। जे ही है प्रोमिस्ड तो बाद दोबारा फिर ही, सेम। उस तो अगे आपां ने या तो वुड का यूज करना है या फिर वुड नॉट का। हुण कित्थे वुड नॉट, एक सिंपल जिहा तरीका समझ लो। जिहड़ा आपां पहला सेंटेंस पढ़ांगे, जेकर पहले वाला सेंटेंस पॉजिटिव है फिर तो तुसीं वुड नॉट का यूज करोगे, अगे नैगेटिव बनाओगे। जेकर पहले वाला नैगेटिव है तो तुसीं अगे वुड का यूज करोगे तो उसनूं पॉजिटिव बनाओगे। उल्ट पहला पॉजिटिव है तो उधर नैगेटिव, इधर नैगेटिव है तो उधर पॉजिटिव, सिंपल है। अगे प्लस वर्ब की फस्ट फॉर्म, प्लस वर्ब की फस्ट फॉर्म उही यूज करोगे पहले सेंटेंस दे विच जो मेन काम करने लई कहा जा रहा है। काम आपां नूं पता ही चल जाएगा। उस तो बाद ऑब्जेक्टिव पार्ट है जिहड़ा वो आ जाएगा, ठीक है। देखो आप स्टार्ट करते हैं। सब तो पहला देखो, कहना आई वंडर, कहना मैं हैरान हाँ वाई लारा इज लेट, कि लारा लेट क्यों है। सब तो पहली गल तो देखो इत्थे लारा ये सब्जैक्ट हो गया। उस तो बाद इत्थे वर्ब की है, इस दे विच इज सिंपल सेंटेंस है, इज एम आर मतलब बी दी फॉर्म है। उस तो बाद ऑब्जेक्टिव पार्ट दे विच लेट है जिहड़ा ये चीज़ आजू। आपां हुण बनावांगे सब तो पहला सब्जैक्ट, लारा दी गल हो रही है भी लारा लेट क्यों है। आपां इसनूं लड़की मन्निया तो शी तो बाद प्रोमिस्ड, शी प्रोमिस्ड दोबारा फिर सब्जैक्ट सेम शी। उस तो बाद की करना है वुड या फिर वुडंट। जिहड़ा पहले वाला है वो पॉजिटिव है तो आपां नेगेटिव करांगे। शी प्रोमिस्ड, शी वुडंट। उस तो बाद वर्ब की फस्ट फॉर्म की है, इज एम आर है तो वुडंट तो बाद इज एम आर तो लगता नहीं तो फस्ट फॉर्म उसकी बी। शी वुडंट बी, ऑब्जेक्टिव पार्ट दे विच लेट।
देखो ये उल्ट बन जाता है। पहले तो कहा कहना मैं हैरान हाँ कि लारा लेट क्यों है, क्योंकि शी प्रोमिस्ड, क्योंकि उसने वादा किया शी वुडंट बी लेट, कि वह लेट नहीं होगी। इस तरह बनते हैं। अगला देखो, आई वंडर वाई स्टीव हैज नॉट कॉल्ड मी। स्टीव मेन सब्जेक्ट है, वर्ब की है कॉल, ये ऑब्जेक्टिव पार्ट दे विच आ जाएगा जिस तरह लेट है। हुण आपां बनावांगे, देखो ही प्रोमिस्ड इन्होंने पहले ही ला रखा है, ही प्रोमिस्ड दोबारा फिर सब्जेक्ट दोबारा फिर ही हुण वुडन ते वुडंट, वुड या वुड नॉट, पहले वाला देखो नेगेटिव है या पॉजिटिव है, देखो हैज नॉट नेगेटिव है तब पॉजिटिव बनाओ। ही प्रोमिस्ड ही वुड, वर्ब की है, वर्ब की फर्स्ट फॉर्म कॉल की गल हुई थी कि मैनू कॉल करेगा, ही वुड कॉल, अगे आ जाएगा मी, ठीक है। अगला तीसरा, वाई डिड यू टेल जेन वट आई सैड, भी तुसी ने जेन नू क्यों दस्या जो कुछ मैं तुहानू कहा सीगा। देखो वाई डिड यू टेल, भी तुसी ने क्यों दस्या, मेन सब्जेक्ट ए है और दसना इत्थे टेल, मेन वर्ब ए है, ठीक है। जेन वट आई सैड, अगे देखो हुण आपां यू इन्होंने कहता यू प्रोमिस्ड, यू प्रोमिस्ड दोबारा फिर यू हुण वुड या वुड नॉट, क्योंकि इत्थे वाई डिड यू टेल जेन पॉजिटिव है तां वुडंट, यू प्रोमिस्ड यू वुडंट, उस तो बाद वर्ब की है टेल, यू वुडंट टेल, उस तो अगे जेन, यू वुडंट टेल, आप इत्थे जेन है जिहड़ा ये लिख सकते हैं, यू प्रोमिस्ड यू वुडंट टेल जेन, कि तुसी ने प्रोमिस किया सी कि तुसी जेन नू नहीं दसोगे। इत्थे तक भी बिल्कुल आप करेक्ट हो सकता है। चौथा, आई एम सरप्राइज्ड, मैं सरप्राइज्ड हाँ, दे डिड नॉट वेट फॉर अस, कहना मैं सरप्राइज्ड हाँ, दे डिड नॉट वेट, कि उन्होंने वेट नहीं किया, वर्ब की फॉर्म आ गई तो दे आ गया सब्जेक्ट, इन्होंने आप सब्जेक्ट पहला दे लाई रखा है, बस प्रोमिस्ड लिखो, क्योंकि दे प्रोमिस्ड दोबारा फिर दे, उस तो बाद ये नेगेटिव है, इत्थे आएगा वुड, दे वुड। हुण वर्ब की है वेट, दे वुड वेट, अगे फॉर अस, दे वुड वेट फॉर अस। ये अपना हो गया सारे जेडे सेंटेंस ने, इस तरह तुसीं ने बनाते जाना है, बिल्कुल ईजी है। हुण अगला देखो, आई होप के समझ गए। अगला देखो 5 नंबर एक्सरसाइज, इस दे विच की करना है, कंप्लीट द सेंटेंसेस, ब्लैंक्स दिते हुए ने हर एक सेंटेंस दे विच, उन्होंने कंप्लीट करो। यूज वुड नॉट का ही यूज करना सब तो पहला हर एक दे विच, उस तो बाद प्लस अ सूटेबल वर्ब, जिहड़ी तुहानूं सूटेबल वर्ब लगदी है वो पुट कर दो, आपां नूं सेंस दे मुताबिक अपने आप ही पता चलेगा। देखो किस तरह, पहले दे विच कहना आई ट्राइड टू वार्न हिम, मैं उसनूं वार्न करन दी ट्राई कीती सी, कोशिश कीती सी, बट परंतु ही वुड नॉट, ही वुडंट टू मी, देखो आपां जदों बट लिखदे ना, बट तां इहदा मतलब जिहड़ा आपां अगे कोई गल कह रहे हैं किसी नूं कुछ, तां उहदा इहदा मतलब उल्ट हुंदा है। इहदा मतलब ये कहण दी कोशिश कर रहा है भी मैं उसनूं वार्न करन दी हिम्मत कीती सी, परंतु ही वुडंट टू मी, पर उसने मैनूं नहीं सुनिया, मतलब उसने मेरी गल नहीं सुनी। आपां कहांगे बट ही वुडंट लिसन, पर उसने मतलब मेरी गल नहीं सुनी, ही वुडंट लिसन टू मी। अगला देखो इसी तरह, आई आस्क्ड अमेंडा वट हैड हैपन्ड, कहना मैं अमेंडा नूं पुछया कि वट हैड हैपन्ड, कि की गल हो गई सी, बट परंतु, मतलब उसनूं मैं पुछया कि की गल होई सी, बट परंतु शी मी, इहदा मतलब आएगा शी वुडंट, इहदा मतलब ये कहना चाह रहा है कि मैं उसनूं पुछया सी बट शी वुडंट मी, तो उसने मैनूं नहीं दस्सिया, शी वुडंट टेल, मतलब उसने मैनू नहीं दस्सिया, है ना, ऑब्वियस है बिल्कुल, देखो इजीली पता चली जा रहा है। तीसरा, पॉल वॉज वेरी एंग्री अबाउट वट आई हैड सेड, कहना पॉल बहुत ज्यादा गुस्से विच सीगा अबाउट वट आई सेड, अबाउट वट आई हैड सेड, भी जो कुछ भी मैं कहा सीगा, पॉल है जिहड़ा उसके कारण बहुत ज्यादा गुस्से दे विच सीगा। एंड अते, एंड वुडंट, हुण अगे उसने की कीता, एंड वुडंट टू मी फॉर 2 वीक्स, अते मेरे नाल 2 हफ्ते तक। हुण देखो इत्थे आपां नूं अपने आप ही पता चलदा है, जदों कोई ये गल कह रहा है कि पॉल भी जो कुछ भी मैं कहा उस दे कारण पॉल मेरे नाल बहुत ज़्यादा गुस्से सी अते उसने मेरे नाल 2 हफ्ते तक, इत्थे आपां जेकर बंद कर दिंदे आ तां आपां नूं ओबवियस पता लगदा है कि ये कहण दी कोशिश कर रहा है कि 2 हफ्ते तक उसने मेरे नाल गल नहीं की, बोलिया नहीं मेरे नाल, वुडंट स्पीक,
ਸਪੀਕ ਟੂ ਮੀ ਫॉर 2 ਵੀਕਸ। ਅੱਗੇ ਮਾਰਟੀਨਾ इंसिस्टेड ਹੁੰਦਾ ਹੈ मतलब कि होना, काबिल होना है ना, या फिर मतलब इच्छा होनी, इच्छुक होने, कोई चीज़ का इच्छुक होना। मैटिना इंसिस्टेड ऑन कैरिंग ऑल हर लगेज ਹੁੰਦਾ समान भी ਜਿਹੜੀ मार्टिना सी आप लड़की कह लो क्योंकि शी है लड़की है भी वो अपना ਜਿਹੜਾ समान है वो खुद ਚੱਕਣ ਦੇ ਲਈ इंटरस्टेड सी, मतलब आप अपना समान आप ही ਚੱਕਣਾ ਚਾਹੁੰਦੀ ਸੀ ਉਹ भी मैं मेरा समान मैं ही ਚੱਕੂੰਗੀ। शी वुडंट ਤਾਂ ਇਹਦਾ ਮਤਲਬ ਉਸਨੇ ਮੈਨੂੰ ਕੀ ਨਹੀਂ ਕਰਨ ਦਿੱਤਾ ਹੋਏਗਾ, है ना। शी वुडंट ਇਹਦਾ ਮਤਲਬ ਉਸਨੇ ਮੈਨੂੰ ਕੀ ਕਰਨ ਦਿੱਤਾ। ਮਾਰਟੀਨਾ ਖੁਦ ਇੰਟਰਸਟਡ ਸੀ ਆਪਦਾ ਸਮਾਨ ਆਪ ਚੱਕਣ ਦੇ ਵਿੱਚ, ਇਹਦਾ ਮਤਲਬ शी वुडंट मी हेल्प हर, मतलब कि ਇਹ ਕਹਿਣਾ ਚਾਹ ਰਿਹਾ ਹੈ ਕਿ ਉਸਨੇ शी वुडंट मी हेल्प, ਉਸਨੇ ਮੈਨੂੰ ਆਪਣੀ ਹੈਲਪ ਨਹੀਂ ਕਰਨ ਦਿੱਤੀ, ਉਸਨੇ ਆਪਣਾ ਸਮਾਨ ਆਪ ਹੀ ਚੁੱਕਿਆ ਕਿ ਮੈਂ ਆਪ ਚੁੱਕੂੰਗੀ, ਉਸਨੇ ਮੈਨੂੰ ਆਪਣੀ ਹੈਲਪ ਨਹੀਂ ਕਰਨ ਦਿੱਤੀ। ਕਿਸੇ ਨੂੰ ਕੋਈ ਕੰਮ ਕਰਨ ਦੇਣਾ ਤਾਂ ਵਰਬ ਹੁੰਦੀ ਹੈ ਲੈਟ ਹੁੰਦੀ ਹੈ ਕਰਨ ਦੇਣਾ, ਜਿਵੇਂ ਆਪਾਂ ਕਹਿੰਦੇ ਆ ਲੈਟ ਮੀ ਸਪੀਕ, ਮੈਨੂੰ ਬੋਲਣ ਦਿਓ, मतलब ਮੈਨੂੰ ਬੋਲਣ ਦਾ ਕੰਮ ਕਰਨ ਦਿਓ। ਲੈਟ ਮੀ ਗੋ, ਮੈਨੂੰ ਜਾਣ ਦਿਓ, ਹੈ ਨਾ। ਜੇ ਆਪਾਂ ਕਿਸੇ ਨੂੰ ਦੂਸਰੇ ਦੇ ਲਈ ਕਹਿੰਦੇ ਆ ਲੈਟ ਹਰ ਸਪੀਕ, ਉਸ ਨੂੰ ਬੋਲਣ ਦਿਓ। ਇਸੇ ਤਰ੍ਹਾਂ शी वुडंट ਲੈਟ ਮੀ ਹੈਲਪ ਹਰ, ਉਸਨੇ ਮੈਨੂੰ ਆਪਣੀ ਮਦਦ ਨਹੀਂ ਕਰਨ ਦਿੱਤੀ। ਸੋ ਇਹ ਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ 4th ਐਂਡ 5th। ਐਂਡ ਹੁਣ ਆਪਣੀ ਇਸ ਯੂਨਿਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਦੇ ਹਾਂ। जिस तरह के पहला वाले सी ये भी बिल्कुल ईजी है, सेम उसे ही तरह अपने करना की है। दीज सेंटेंसेस आर अबाउट थिंग्स, ये सेंटेंसेस ने कुछ चीज़ों के बारे अपन मतलब दसे गए ने। दैट ऑफन हैपनड इन द पास्ट, ਜਿਹੜੇ कि पास्ट ਦੇ ਵਿੱਚ ਅਕਸਰ मतलब कि ਕੰਮ ਨੇ ਜਿਹੜੇ ਹੁੰਦੇ ਸੀਗੇ, मतलब पास्ट ਦੇ ਵਿੱਚ ਆਪਣੇ पास्ट ਦੇ ਵਿੱਚ ਅਕਸਰ ਜਿਹੜੇ ਕੰਮ ਹੁੰਦੇ ਸੀਗੇ, ਹੈ ਨਾ, ਉਹਨਾਂ ਦੇ ਬਾਰੇ ਆਪਾਂ ਨੂੰ ਕੁਝ ਕੁ ਸੈਂਟੈਂਸ ਨੇ ਜਿਹੜੇ ਦਿੱਤੇ ਗਏ ਨੇ। ਕੰਪਲੀਟ ਥੀਸ ਸੈਂਟੈਂਸਸ ਯੂਜ਼ਿੰਗ ਵੁੱਡ ਪਲੱਸ ਥੀਸ ਵਰਬਸ, ਆਪਾਂ ਨੇ ਜਿਹੜੇ ਬਲੈਂਕਸ ਛੱਡੇ ਗਏ ਨੇ ਇਹਨਾਂ ਦੇ ਵਿੱਚ ਆਪਾਂ ਨੇ ਵੁੱਡ ਦਾ ਯੂਜ਼ ਕਰਨਾ ਹੈ, ਪਲੱਸ ਉਸ ਦੇ ਨਾਲ ਜਿਹੜੀਆਂ ਫਾਰਮਸ ਨੇ ਉੱਪਰੋਂ ਇੱਕ ਵਰਬ ਦੀ ਫਾਰਮ ਹੈ ਜਿਹੜੀ ਉਸ ਦਾ ਆਪਾਂ ਨੇ ਯੂਜ਼ ਕਰਨਾ ਹੈ। मतलब कि वुड प्लस वर्ब की फस्ट फॉर्म का ही यूज करना है सेंटेंस की सेंस के मुताबिक, बिल्कुल ईजी है ये। देखो फस्ट, वैनएवर रिचार्ड वॉज एंग्री, जदों भी रिचार्ड एंग्री हुंदा सी, गुस्से विच हुंदा सीगा, ही वुड तो आएगा ही आएगा, ठीक है, लगा ही देना। ही वुड आउट ऑफ द रूम, तो यह मतलब इत्थे की आ सकता है, आप ये थोड़ी कहांगे ही वुड शेयर आउट ऑफ द रूम, है ना, या ही वुड शेक आउट ऑफ द रूम, शेक हुंदा मतलब कि हिलाउणा, या ही वुड हेल्प आउट ऑफ द रूम, नहीं। देखो जचदा है ही वुड वॉक आउट ऑफ द रूम, मतलब कि अखां नूं भी देखण नूं उही चीज़ जचदी है जिहड़ी आएगी, तो वॉक इत्थे आ गया, हो गया। अगला, वी यूज्ड टू लिव नैक्सट टू अ रेलवे स्टेशन लाइन, असी रेलवे स्टेशन जिहड़ी लाइन है रेलवे स्टेशन की उस दे नाल ही रहिंदे हुंदे सीगे। एवरी टाइम, हर बार, अ ट्रेन वेंट पास्ट, जदों भी ट्रेन लंघदी, द हाउस वुड, जिहड़ा हाउस है वो की हुंदा सीगा। हुण देखो ट्रेन दे लंघण दे नाल जिहड़ा अपना घर है की हो सकदा है, फॉरगेट हुंदा भुलना, है ना, हेल्प मदद करना, शेक हिलाउणा। देखो जो ट्रेन लंघदी है एवरी टाइम जिहड़ा घर है वो मतलब कि हिलदा सीगा। जदों भी वैसे ट्रेन लंघदी आपां नूं वैसे पता है, आपां जिहड़ी धरती है थोड़ी एवें लगदी है जिस तरह की हिलदी हुंदी है, वाइब्रेट करदी है। अगला, एलन वॉज अ वेरी काइंड मैन, जिहड़ा एलन सीगा बहुत काइंड, बहुत दयालु जिहड़ा वो बंदा सीगा। ही डैश ऑलवेज, इत्थे तां देखो वुड आएगा, ही वुड ऑलवेज डैश यू, ही वुड ऑलवेज डैश यू इफ यू हैड अ प्रॉब्लम, जेकर तुहानू कदे भी प्रॉब्लम हुंदी वो हमेशा तुहानू, तां इत्थे देखो की आ सकदा है, वो हमेशा तुहानू शेयर करदा सी, जां फिर हमेशा तुहानू फॉरगेट भुलदा सी। हैल्प देखो वो हमेशा तुहाडी हैल्प करता सीगा जेकर तुहानू प्रॉब्लम हुंदी, बिल्कुल ईजी ने। चौथा, कैथरीन वॉज ऑलवेज वेरी जनरस, जिहड़ी कैथरीन है हमेशा ही बहुत दयालु हुंदी सीगी। शी डिडंट हैव मच, उसदे कोल ज़्यादा कुछ नहीं हुंदा सीगा, बट शी, परंतु फिर भी शी वुड वट शी हैड, जो कुछ भी उहदे कोल हुंदा सीगा, विद एवरीवन, सारिਆਂ ਨਾਲ। ਇਹਦਾ मतलब जो कुछ भी उसदे कोल हुंदा सीगा वो सारिਆਂ ਨਾਲ, हुण सारिਆਂ ਨਾਲ ਉਹ ਕੀ ਕਰ ਸਕਦੀ है, फॉरगेट या शेयर, वो सारिਆਂ ਨਾਲ शेयर करदी सी, है ना। अगला, यू कुड नेवर रिलाई ऑन जो, रिलाई हुंदा है भरोसा करना, तुसी जो ते कहंदे कदे भी भरोसा नहीं कर सकदे। इट डिडंट मैटर हाउ मैनी टाइम्स यू रिमाइंडेड हिम, कहते कोई मैटर नहीं करता तुसी उसनूं जिन्ने मर्जी बार याद करवा दो, टू डू समथिंग, कोई चीज़ करन दे लई।
ਹੀ ਵੁੱਡ ਆਲਵੇਜ਼ ਫੋਰਗੇਟ, ਉਹ ਹਮੇਸ਼ਾ ਹੀ ਭੁੱਲ ਜਾਂਦਾ ਹੈ। ਫੋਰਗੇਟ ਇੱਥੇ ਆ ਗਿਆ, ਠੀਕ ਹੈ। ਇਹ ਤਾਂ ਬਿਲਕੁਲ ਦੇਖੋ ਆਸਾਨ ਹੀ ਹੈ। ਸੋ ਇਹ ਸੀ ਆਪਣੀ ਯੂਨਿਟ ਨੰਬਰ 36। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਣੀ ਯੂਨਿਟ, ਇੰਟਰਸਟਿੰਗ ਹੈ, ਵੁੱਡ ਦੇ ਬਾਰੇ ਸਿੱਖਿਆ ਹੋਣਾ ਬਹੁਤ ਕੁਝ ਤੇ ਸਾਰੀ ਤੁਹਾਨੂੰ ਸਮਝ ਆ ਗਈ ਹੋਣੀ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।